ਗੁਰਸਿੱਖਾਂ ਗੁਰਸਿੱਖ ਮੇਲ ਮਿਲਾਇਆ। ਬਾਬੇ ਨਾਨਕ ਨੇ ਗੁਰਸਿੱਖਾਂ ਦਾ ਮੇਲ ਗੁਰਸਿੱਖਾਂ ਨਾਲ ਹੀ ਮਿਲਾਇਆ। ਭਾਏ ਭਗਤ ਗੁਰਪੁਰਬ ਕਰੇ ਕਰਾਇਆ। ਤੋ ਪ੍ਰੇਮਾ ਭਾਵਨੀ ਨਾਲ ਗੁਰਪੁਰਬ ਕਰਦੇ ਹਨ ਤੇ ਕਰਾਉਂਦੇ ਹਨ। ਗੁਰਸਿੱਖ ਦੇਵੀ ਦੇਵ ਜਠੇਰੇ ਭਾਇਆ। ਗੁਰਸਿੱਖਾਂ ਦੇ ਦੇਵੀ ਦੇਵਤੇ ਤੇ ਪੂਜਨੀਕ ਵੱਡੇ ਵਡੇਰੇ ਗੁਰਸਿੱਖ ਹੀ ਹਨ। ਦੇਵੀ ਦੇਵਤੇ ਨੂੰ ਨਹੀਂ ਪੂਜਦੇ, ਦੇਵੀ POP ਦੀ ਬਣਾਈ ਦੇਵੀ ਨੂੰ ਨਹੀਂ ਪੂਜਦੇ। ਸੋ ਗੁਰਸਿੱਖ ਮਾਂ ਪਿਓ ਵੀਰ ਕੁਟੁੰਬ ਸੁਭਾਇਆ। ਤੇ ਗੁਰਸਿੱਖਾਂ ਦੇ ਮਾਂ ਪਿਓ ਭੈਣ ਭਰਾ ਪਰਿਵਾਰ ਸਾਰੇ ਗੁਰਸਿੱਖ ਹੀ ਹਨ, ਗੁਰਸਿੱਖ ਹੀ ਹਨ। ਤੋ ਗੁਰਸਿੱਖ ਖੇਤੀ ਵਣਜ ਲਾਹਾ ਪਾਇਆ। ਤੇ ਗੁਰਸਿੱਖ ਵਾਹਿਗੁਰੂ ਨਾਮ ਦਾ ਬੀਜ ਖੇਤੀ ਬੀਜ ਕੇ, ਵਾਹਿਗੁਰੂ ਨਾਮ ਦਾ ਬੀਜ ਖੇਤੀ ਬੀਜ ਕੇ ਵਾਹਿਗੁਰੂ ਨਾਮ ਦਾ ਵਪਾਰ ਕਰਕੇ ਲਾਭ ਖੜਦੇ ਹਨ। ਤੋ ਹੰਸ ਵੰਸ਼ ਗੁਰਸਿੱਖ ਗੁਰਸਿੱਖ ਜਾਇਆ। ਤੋ ਅੰਮ੍ਰਿਤਧਾਰੀ ਗੁਰਸਿੱਖ ਹੰਸਾਂ ਦੀ ਵੰਸ਼ ਵਿੱਚੋਂ ਹਨ। ਗੁਰਸਿੱਖ ਦੇ ਜਾਏ ਹੋਣ ਕਰਕੇ ਸਾਰੇ ਹੰਸ ਹਨ। ਪੌੜੀ 8ਵੀਂ। ਗੁਰਸਿੱਖ ਸਗਨ ਅਪਸਗਨ ਵਿੱਚ ਨਹੀਂ ਪੈਂਦੇ। ਸੱਜਾ ਦੇਖਿਆ ਮੈਂ ਗੱਲ ਕੀਤੀ ਸੀ ਨਾ, ਅਸੀਂ ਪੂਰੇ ਹਿੰਦੂ ਹਾਂ। ਸੱਜਾ ਖੱਬਾ ਸੌਣ ਨ ਮਨ ਵਸਾਇਆ। ਸੱਜਾ ਖੱਬਾ ਬੁਰਾ ਭਲਾ ਦੁੱਖ ਸੁੱਖ। ਭਾਈ ਦੁੱਖ ਸੁੱਖ ਭਲਾ ਬੁਰਾ ਖੱਬਾ ਸੱਜਾ ਦਾ ਸਗਨ ਅਪਸਗਨ ਸਗਨ ਅਪਸਗਨ। ਸੱਜਾ ਖੱਬਾ ਸੌਣ ਸਗਨ ਗੁਰਸਿੱਖਾਂ ਮਨ ਵਿੱਚ ਨਹੀਂ ਰੱਖਦੇ। ਇਹ ਖੱਬੇ ਬਹਿਣਾ ਸੀ, ਕਹਿੰਦਾ ਸੱਜੇ ਬਹਿਣਾ ਸੀ। ਇੱਕ ਵਾਰੀ ਮੈਨੂੰ ਯਾਦ ਆ, ਏਦਾਂ ਸੰਗਤ ਬੈਠੀ ਸੀ, ਬੀਬੀਆਂ ਬੈਠੀਆਂ ਸੀ, ਬੰਦੇ ਬੈਠੇ ਸੀ। ਕੀਰਤਨੀਏ ਨੇ ਕਿਹਾ ਨਹੀਂ ਜੀ ਬੀਬੀਆਂ ਮੇਰੇ ਸਾਹਮਣੇ ਬੈਠੀਆਂ, ਇੱਧਰ ਬੰਦੇ ਹੋ ਜਾਓ, ਇੱਧਰ ਬੀਬੀਆਂ ਹੋ ਜਾਓ। ਕਿਉਂ? ਤੈਨੂੰ ਗਾਂ ਵਾਸ਼ਨਾ ਆਉਂਦੀ ਆ? ਮਤਲਬ ਸਾਨੂੰ ਪਤਾ ਹੀ ਨਹੀਂ। ਉਹ ਖੱਬੇ ਕਹਿੰਦਾ ਬੀਬੀਆਂ ਬਹਿਣੀਆਂ ਚਾਹੀਦੀਆਂ, ਸੱਜੇ ਬੰਦੇ ਬਹਿਣੇ ਚਾਹੀਦੇ। ਕੋਈ ਕਹਿੰਦਾ ਸੱਜੇ ਬੰਦੇ ਬਹਿਣੇ ਚਾਹੀਦੇ, ਬੀਬੀਆਂ ਬਹਿਣੇ ਚਾਹੀਦੀਆਂ, ਖੱਬੇ ਬੰਦੇ ਬਹਿਣੇ ਚਾਹੀਦੇ। ਗੁਰੂ ਸਾਹਿਬ ਦੇ ਸੱਜੇ ਹੱਥ ਕਹਿੰਦਾ ਜੀ ਰਾਗੀ ਬਹਿਣੇ ਚਾਹੀਦੇ ਆ। ਕਿਆ ਵਾਹਿਗੁਰੂ ਖੱਬਾ ਸੱਜਾ ਸੌਣ ਮਨ ਵਸਾਇਆ। ਉਹ ਭਾਈ ਉਹ ਦੁੱਖ ਸੁੱਖ ਭਲਾ ਬੁਰਾ ਖੱਬਾ ਸੱਜਾ ਦਾ ਸਗਨ ਗੁਰਸਿੱਖ ਮਨ ਵਿੱਚ ਨਹੀਂ ਰੱਖਦੇ। ਹਾਂ, ਨਾਰ ਪੁਰਖ ਨੂੰ ਵੇਖ ਨਾ ਪੈਰ ਹਟਾਇਆ। ਔਰਤ ਨੈਸ਼ ਕਹਿੰਦਾ, ਮਰਦ ਠੀਕ ਹੈ। ਔਰਤ ਹੋਵੇ ਜਾਂ ਮਰਦ ਵੇਖ ਕੇ ਜਿੱਧਰ ਜਾ ਰਹੇ ਹਨ ਮੁੜ ਕੇ ਨਹੀਂ ਆਉਂਦੇ, ਪੈਰ ਪਿਛਾਂਹ ਨਹੀਂ ਹਟਾਉਂਦੇ, ਵਹਿਮ ਹੀ ਨਹੀਂ ਕਰਦੇ। ਅੱਗੇ ਆਪਾਂ ਨਿਕਲ ਲਿਆ ਘਰੋਂ, ਅੱਗੋਂ ਔਰਤ ਮਿਲ ਗਈ, ਵਾਪਸ ਮੁੜ ਆਉਣਾ। ਕਿਉਂ ਮੈਂ ਵਾਪਸ ਕਿਉਂ ਮੁੜਿਆ? ਉਹ ਅੱਗੋਂ ਜਨਾਨੀ ਮਿਲ ਗਈ, ਕਹਿੰਦਾ ਕੰਮ ਨਹੀਂ ਹੋਣਾ ਹੁਣ। ਲਓ, ਪੰਡਤ ਮਿਲ ਗਿਆ, ਕੰਮ ਨਹੀਂ ਹੋਣਾ। ਚੂੜਾ ਮਿਲ ਜਾ, ਕਹਿੰਦਾ ਕੰਮ ਹੋ ਜਾਣਾ। ਲਓ, ਅਕਲ ਦੇਖ ਲਓ ਇਹਨਾਂ ਦੀ। ਪਤਾ ਨਹੀਂ ਰੱਬ ਜਾਣੇ। ਨਾਰ ਪੁਰਖ ਨੂੰ ਵੇਖ ਨਾ ਪੈਰ ਹਟਾਇਆ। ਭਾਈ ਔਰਤ ਨੈਸ਼ ਹੈ, ਮਰਦ ਠੀਕ ਹੈ। ਔਰਤ ਹੋਵੇ ਜਾਂ ਮਰਦ ਵੇਖ ਕੇ ਜਿੱਧਰ ਜਾ ਰਹੇ ਹਨ ਮੁੜ ਕੇ ਨਹੀਂ ਆਉਂਦੇ, ਪੈਰ ਪਿਛਾਂਹ ਨਹੀਂ ਹਟਾਉਂਦੇ, ਵਹਿਮ ਨਹੀਂ ਕਰਦੇ। ਤੋ ਭਾਖ ਸੁਭਾਖ ਵਿਚਾਰ ਨਾ ਛਿੱਕ ਮਨਾਇਆ। ਤੋ ਬੋਲ ਕਬੋਲ ਕੁੱਤਾ ਬਿੱਲੀ ਜਾਂ ਕਾਂ ਬੋਲਣ ਦੀ ਵਿਚਾਰ ਨਹੀਂ ਕਰਦੇ। ਨਾ ਹੀ ਨਿੱਛ ਵੱਜਣ ਤੇ ਕੋਈ ਵਹਿਮ ਕਰਦੇ। ਹਿੰਦੂ ਤਾਂ ਬੜਾ ਨਿੱਛ ਵੱਜ ਗਈ ਨਾ, ਉਹ ਨਹੀਂ ਹੁਣ ਨਹੀਂ ਜਾਣਾ, ਉਹ ਨਹੀਂ ਬਸ ਸ਼ਹਿਰ ਤੇ ਰੁਕ ਜਾ, ਪਾਣੀ ਪੂਣੀ ਪੀ ਕੇ ਜਾਈ, ਰੁਕ ਜਾ। ਵੀਰਵਾਰ ਕੁੜੀ ਨਹੀਂ ਘਰੋਂ ਤੋਰਨੀ, ਸ਼ਨੀਚਰਵਾਰ ਕੱਪੜੇ ਨਹੀਂ ਧੋਣੇ, ਮੰਗਲਵਾਰ ਸਿਰ ਨਹੀਂ ਧੋਣਾ, ਚੌਕਾ ਨਹੀਂ ਦੇਣਾ। ਇਹੋ ਜਿਹਾ ਵਹਿਮ ਪਾਏ। ਦੇਵੀ ਦੇਵ ਨਾ ਸੇਵ ਪੂਜ ਕਰਾਇਆ। ਉਹ ਭਾਈ ਦੇਵੀ ਦੇਵਤੇ ਨੂੰ ਨਹੀਂ ਮੰਨਦੇ ਜਾਂ ਪੂਜਾ ਨਹੀਂ ਕਰਦੇ, ਇਹਨਾਂ ਦੀ ਪੂਜਾ ਨਹੀਂ ਕਰਦੇ ਅਸੀਂ। ਓਏ ਸਾਰੇ ਦੇਵੀ ਦੇਵਤਿਆਂ ਦੇ ਦਿਨ ਭੰਬਲ ਭੂਸੇ ਖਾਏ ਨਾ ਮਨ ਪਰਮਾਇਆ। ਤੋ ਕਿਸੇ ਮਨੌਤ ਵਿੱਚ ਮਨ ਨੂੰ ਭਟਕਦੇ ਨਹੀਂ ਹੋਏ, ਨਾ ਭਟਕਾਉਂਦੇ ਆਵੇ। ਕਿਸੇ ਮਨੌਤ ਵਿੱਚ ਮਨ ਨੂੰ ਭਟਕਾਉਂਦੇ ਨਹੀਂ ਤੇ ਭੁਲੇਖਿਆਂ ਵਿੱਚ ਭੰਬਲ ਭੂਸੇ ਨਹੀਂ ਖਾਂਦੇ। ਹਾਂ, ਗੁਰਸਿੱਖ ਸੱਚਾ ਖੇਤ ਬੀਜ ਫਲਾਇਆ। ਤੋ ਐਸੇ ਗੁਰਸਿੱਖ ਨਾਮ ਦਾ ਸੱਚਾ ਖੇਤ, ਨਾਮ ਦਾ ਸੱਚਾ ਖੇਤ ਹਨ ਜਿੱਥੇ ਵਾਹਿਗੁਰੂ ਨਾਮ ਦਾ ਬੀਜ ਪਾਇਆ ਜਾਂਦਾ। ਬਸ ਵਾਹਿਗੁਰੂ ਜਪਦੇ ਹਨ, ਵਾਹਿਗੁਰੂ। ਛੋਟੀ ਮੋਟੀ ਗੱਲ ਨੂੰ ਨਹੀਂ ਮੰਨਦੇ ਭਾਈ। ਓਏ ਪੌੜੀ 9ਵੀਂ। ਸਾਧ ਸੰਗਤ ਸੱਚਖੰਡ ਹੈ, ਸੱਚਖੰਡ ਸਾਧ ਸੰਗਤ ਹੈ। ਤੋ ਕਿਰਤ ਵਿਰਤ ਮਨ ਧਰਮ ਸੱਚ ਦ੍ਰਿੜਾਇਆ। ਗੁਰਸਿੱਖ ਉਪਜੀਵਕਾ ਲਈ ਕਿਰਤ ਕਰਦੇ ਹਨ। ਗੁਰਸਿੱਖ ਉਪਜੀਵਕਾ ਲਈ ਕਿਰਤ ਕਰਦੇ ਹਨ। ਉਹਨਾਂ ਦਾ ਮਨ ਧਰਮੀ ਹੈ ਤੇ ਸਿਮਰਨ ਲਈ ਦ੍ਰਿੜ ਹੈ। ਸਿਮਰਨ ਜ਼ਰੂਰ ਕਰਦੇ ਹਨ। ਸੱਚ ਨਾਮ ਕਰਤਾਰ ਆਪ ਉਪਾਇਆ। ਤੋ ਕਰਤਾਰ ਦਾ ਸੱਚਾ ਨਾਮ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਨੇ ਆਪ ਹੀ ਬਣਾਇਆ, ਆਪ ਹੀ ਬਣਾਇਆ। ਸਤਿਗੁਰੂ ਪੁਰਖ ਦਿਆਲ ਦਇਆ ਕਰ ਆਇਆ। तो बाबा नानक दया दा घर है,
ਉਹ ਮਿਹਰ ਕਰਕੇ ਉੱਥੇ ਦਰਸ਼ਨ ਦਿੰਦੇ ਹਨ ਜਿੱਥੇ ਸੰਗਤ ਵਿੱਚ ਵਾਹਿਗੁਰੂ ਨਾਮ ਜਪਿਆ ਜਾਂਦਾ ਹੈ। ਬਾਬਾ ਨਾਨਕ ਦਇਆ ਦਾ ਘਰ ਹੈ, ਉਹ ਮਿਹਰ ਕਰਕੇ ਉੱਥੇ ਦਰਸ਼ਨ ਦਿੰਦੇ ਹਨ ਬਾਬਾ ਜੀ ਜਿੱਥੇ ਸੰਗਤ ਵਿੱਚ ਵਾਹਿਗੁਰੂ ਨਾਮ ਜਪਿਆ ਜਾਂਦਾ ਹੈ। ਨਿਰਾਕਾਰ ਆਕਾਰ ਸ਼ਬਦ ਸੁਨਾਇਆ, ਨਿਰਾਕਾਰ ਨਬੀ ਪ੍ਰਕਾਸ਼ ਨੇ ਗੁਰੂ ਨਾਨਕ ਬਣ ਕੇ ਵਾਹਿਗੁਰੂ ਸਿਮਰਨ ਸੰਗਤ ਨੂੰ ਸੁਨਾਇਆ। ਵਾਹਿਗੁਰੂ ਸਿਮਰਨ ਸਾਧ ਸੰਗਤ ਸੱਚਖੰਡ ਤੇ ਵਸਾਇਆ। ਤੋ ਸੱਚਖੰਡ ਵਿੱਚ ਸਾਧ ਸੰਗਤ ਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਬਾਬਾ ਜੀ ਤਾਬਿਆ ਬੈਠੇ ਹਨ, ਚੌਰ ਕਰ ਰਹੇ ਹਨ, ਦਸੇ ਪਾਸ਼ੀਆਂ ਹਨ, ਪੰਜ ਪਿਆਰੇ ਹਨ, ਚਾਰੇ ਸਾਹਿਬਜ਼ਾਦੇ ਹਨ, ਸਾਰੇ ਭਗਤ ਹਨ, ਸਾਰੇ ਸਿੰਘ ਹਨ। ਜੋ ਅੱਜ ਤੱਕ ਤਰਿਆ ਉੱਥੇ ਹੀ ਹੈ ਭਾਈ। ਤੋ ਉੱਥੇ ਇਹ ਨਗਰ ਸ਼ਹਿਰ ਵਸਾ ਦਿੱਤਾ। ਜੋ ਹਮ ਸ਼ਹਿਰੀ ਸੋ ਹਮਰਾ ਮੀਤ, ਬੇਗਮਪੁਰਾ ਸ਼ਹਿਰ ਕੋ ਨਾਮ। ਜਿੱਥੇ ਸਭੇ ਥਾਮ ਨਹੀਂ ਤੁਧ ਜੀਹਾ, ਸੱਚਾ ਤਖਤ ਬਣਾਏ ਸਲਾਮ ਕਰਾਇਆ ਸਲਾਮ ਕਰਾਇਆ। तो उत्थे सਦੀਵੀ ਸਿੰਘਾਸਨ बना के जिथे श्री गुरु ग्रंथ साहिब जी का प्रकाश है, सारे गुरु बैठे हैं, सारे इस तख्त ਸਿੰਘਾਸਨ ਨੂੰ मत्था टेकते। पौड़ी 10वीं संगत की सेवा। गुरसिखां गुरसिख सेवा लाया, साध संगत कर सेव सुख फल पाया, सुख फल पाया। तप्पड़ झाड़ विछाए धूड़ी नहाया, कोरे मट अनाए नीर भराया, आन महाप्रसाद वंड खुवाया। भाई गुरु दा सिख आप गुरु दी सेवा करदा है ते होरनां नूं गुरु दी सेवा विच लाउंदा है, परोपकारी। साध संगत विच गुरसिखां दी सेवा करके जन मनोरथ पूरा कर लिया ते सदैवी सुख प्राप्त कर लिया। सदैवी सुखां दी प्राप्ति कर ली भाई। तो संगत विच तप्पड़ दरियां चादरां झाड़ के विछाउंदे हन ते चरण धूड़ी विच इशनान करते हैं। सो नवें घड़े लिया के संगत विच छबील लई भर दिंदे हन, कड़ाह प्रसाद लिया के संगत विच वंड के खुआ दिंदे हन। सारा काम मतलब सिंह करदे आ। पौड़ी 11वीं। गुरसिख बुरे दा भला करदे हन। वे बिरख संसार तेरे सिर तलवाया, तलवाया सिर दे भार। तो जिवें बिरछ सिर थले नूं करके संसार विच पैदा होया, इस तरह गुरसिख ने हंकार वाला सिर थले रखना है ते पैर निमरता दे दैवी गुणां नूं उच्चा रखने। निचल होए निवास शीश निवाया, सिर नीवा रखण नाल हंकार नूं मारन नाल सचखंड विच सदैवी वासा हो जांदा है। निचल होए निवास होए सफल फल सफल वट सहाया। तो जेड़ा बिरछ फलां नाल भरिया हुंदा है उस नूं फल देण लई वट्टे सहारने पैंदे हन। तो जेड़ा गुरसिख भला करन लई कुर्बानी करदा है तो उसका जीवन सफल हो जाता है, सचखंड पहुँच जाता है, पर वट्टे सहारने पैंदे। लोग बुरा कहते हैं, नेकी कर जूते खा, मैं भी खाधे तू भी खा। वट्टे तो पैण गई भाई। जे फलदार बूटे नूं वट्टे पैंदे, अंब नूं वट्टे पैंदे आ, बेरां नूं वट्टे पैंदे आ, इदां ही आ। वट सहाया। तो सिर करवत्ता राए जहाज बनाया। तो बिरछ दे सिर ते आरा रख के चीर फाड़ करके ही जहाज बनिया। तो लोकां नूं जहाज ते चढ़ा के सचखंड ले जाण लई पातशाह ने शीश दिता। अमृत छका के सचखंड ले जाण लई भाई मती दास दे सिर ते प्रतख आरा चला के 2 फाड़ कर दिता। उन्हां आरे दा कसूर दसो की है। गुरु पातशाह मती दास सती दास भाई दयाला जी कसूर ਇਹ ਸੀ कि लोकां लई जहाज बना दिता सी सचखंड ले जाण लई। लोकां दी भलाई सोच रहे सन, तो सारिਆਂ ਨੂੰ एक कर रहे सन। तो ਇਹ कसूर सी। दरख्त सारिਆਂ ਦੀ भलाई सोचदा है, वढ़ के चीर फाड़ करके जहाज बनाता ना दरख्त की तरह। तो हर दरख्त सृष्टि की भलाई सोचदा है, हर दरख्त ही वढ़िया टुकिया जाता है, अग विच भी सड़दा है, फिर भी भलाई सोचदा, रोटी पकाउंदा है, सड़दा भी रोटियां पकाउंदा है, भोजन सब्जियां बनाउंदा, सड़दा भी
ਤੇ ਉਸਦੇ ਰੋਮ ਰੋਮ ਵਿੱਚ ਪਰਉਪਕਾਰ ਲਿਖਿਆ ਪਿਆ। ਇਹ ਗੁਰਸਿੱਖ ਤੇਰੇ ਵੀ ਰੋਮ ਰੋਮ ਵਿੱਚ ਪਰਉਪਕਾਰ ਲਿਖਿਆ ਹੋਇਆ ਹੈ। ਦੇਖ ਤਾਂ ਸਹੀ, ਅੰਦਰ ਝਾਤੀ ਤਾਂ ਮਾਰ, ਤੂੰ ਕੌਣ ਹੈ? ਅੰਦਰ ਝਾਤੀ ਤਾਂ ਮਾਰ। ਪਾਣੀ ਦੇ ਸਿਰ ਵਾਟ ਰਾਹ ਚਲਾਇਆ, ਜਹਾਜ਼ ਪਾਣੀ ਦੇ ਉੱਤੇ ਚੱਲਦਾ ਹੈ। ਪਾਣੀ ਦੇ ਸਿਰ ਤੇ ਰਸਤਾ ਬਣਾ ਕੇ ਰਾਹ ਚਲਾ ਦਿੱਤਾ। ਸੰਸਾਰ ਦੇ ਪਾਣੀ ਵਿਕਾਰਾਂ ਵਿੱਚ ਡੁੱਬਣ ਨਹੀਂ। ਸੰਸਾਰ ਦੇ ਪਾਣੀ ਵਿਕਾਰਾਂ ਵਿੱਚ ਡੁੱਬਣਾ ਨਹੀਂ। ਕਮਲ ਫੁੱਲ ਦੀ ਤਰ੍ਹਾਂ ਨਿਰਲੇਪ ਰਹਿਣਾ ਹੈ। ਪਾਣੀ ਦੇ ਉੱਤੇ ਉੱਤੇ, ਸੰਸਾਰ ਦੇ ਉੱਤੇ ਉੱਤੇ, ਅੱਖਾਂ ਤੋਂ ਉੱਤੇ ਉੱਤੇ, ਗਿਆਨ ਇੰਦਰੀਆਂ ਤੋਂ ਉੱਤੇ ਉੱਤੇ, ਦਸਮ ਦੁਆਰ ਨਿਜ ਕਰ ਸੱਚਖੰਡ। ਸਿਰ ਕਰਵੱਤਰ ਆਏ, ਸੀਸ ਚੜਾਇਆ, ਸਿਰ ਤੇ ਹਾਰਾ ਰਖਾਇਆ ਸੀ। ਫਿਰ ਵੀ ਕੱਟਣ ਵਾਲੇ ਨੂੰ ਸਿਰ ਤੇ ਰੱਖ ਕੇ ਪਾਰ ਕਰ ਦਿੱਤਾ। ਕੱਟਣ ਵਾਲੇ ਨੂੰ ਵੀ ਉਹ ਤਖਾਣ ਜਿਹਨੇ ਕਿੱਲ ਮਾਰ ਮਾਰ ਕੇ ਉਹਦਾ ਫਾੜੀਆਂ ਕਰ ਕਰਕੇ ਬਣਾ ਬਣਾ ਕੇ ਫੱਟੇ ਜਹਾਜ਼ ਬਣਾਇਆ ਸੀ, ਉਸ ਤਖਾਣ ਨੂੰ ਵੀ ਬਿਠਾ ਕੇ ਸਿਰ ਕਟਵਾ ਕੇ ਫਿਰ ਵੀ ਕੱਟਣ ਵਾਲੇ ਨੂੰ ਸਿਰ ਤੇ ਰੱਖ ਕੇ ਪਾਰ ਕਰਾ ਦਿੱਤਾ। ਜਹਾਜ਼ ਤੇ ਬਿਠਾ ਕੇ ਪਾਰ ਕੀਤਾ। ਸੀਸ ਦੀ ਬਲੀ ਦਿੱਤੀ ਸੀ ਤਾਂ ਜਹਾਜ਼ ਬਣੇ, ਤਾਂ ਹੀ ਸ੍ਰਿਸ਼ਟੀ ਪਾਰ ਉਤਰ ਰਹੀ ਹੈ। ਭਲਾ ਕਰਨੇ, ਪਰਉਪਕਾਰ ਕਰਨੇ, ਕੁਰਬਾਨੀ ਦੇਣ ਨੂੰ ਵੀ ਤਿਆਰ ਹੈ ਤਾਂ ਠੀਕ ਹੈ, ਨਹੀਂ ਤਾਂ ਘਰ ਹੀ ਬੈਠ ਪਰਿਵਾਰ ਵਿੱਚ ਐਸ਼ ਕਰੋ। ਤੁਸੀਂ ਕੀ ਲੈਣਾ ਸਿੱਖੀ ਤੋਂ? ਡੁੱਬਦੀ ਹੈ ਡੁੱਬ ਜਾਏ। ਗੁਰੂ ਪਾਤਸ਼ਾਹ ਵੀ ਇਹੀ ਸੋਚਦੇ ਤਾਂ ਸਿੱਖੀ ਦਾ ਬੂਟਾ ਲੱਗਣਾ ਹੀ ਨਹੀਂ ਸੀ। ਪੌੜੀ 12 ਪਰਉਪਕਾਰੀ ਦੀ ਮਹਾਨਤਾ। ਲੋਹੇ ਤੱਚ ਤਸਾਏ, ਲੋ ਜੜਾਇਆ। ਭਾਈ ਲੋਹੇ ਦੇ ਤੇਸੇ ਤੇ ਆਰੇ ਨਾਲ ਕੱਟ ਵੱਢ ਕੇ ਸਾਫ ਸੁਥਰਾ ਕਰਕੇ ਫੱਟੇ ਬਣਾ ਕੇ ਫਿਰ ਲੋਹੇ ਦੇ ਕਿੱਲਾਂ ਨਾਲ ਜੋੜ ਦੇਈਦਾ। ਲੋਹੇ ਤੱਚ ਤਛਾਏ, ਲੋ ਜੜਾਇਆ, ਲੋਹਾ ਸੀਸ ਚੜਾਏ, ਨੀਰ ਤਰਾਇਆ। ਭਾਈ ਪਰਉਪਕਾਰ ਲੱਕੜ ਵੀ ਲੋਹੇ ਨੂੰ ਸਿਰ ਤੇ ਚੁੱਕ ਕੇ ਪਾਣੀ ਵਿੱਚੋਂ ਤਰ ਕੇ ਪਾਰ ਕਰ ਦਿੰਦੀ ਹੈ। ਆਪਣਾ ਪੁੱਤ ਪਾਲ ਨਾ ਨੀਰ ਡੁਬਾਇਆ, ਤੋ ਪਾਣੀ ਨੇ ਬਿਰਸ਼ ਨੂੰ ਆਪਣੇ ਪੁੱਤਰ ਦੀ ਤਰ੍ਹਾਂ ਪਾਲਿਆ। ਜੇ ਪਾਣੀ ਨਾ ਹੁੰਦਾ ਬਿਰਸ਼ ਨਹੀਂ ਸੀ ਹੋਣਾ, ਇਹ ਗੱਲ ਠੀਕ ਹੈ। ਤੋ ਪਾਣੀ ਨੇ ਬਿਰਸ਼ ਨੂੰ ਆਪਣੇ ਪੁੱਤਰ ਦੀ ਤਰ੍ਹਾਂ ਪਾਲਿਆ। ਸੋ ਪਾਣੀ ਫਿਰ ਉਸ ਨੂੰ ਆਪਣੇ ਵਿੱਚ ਕਦੀ ਡੁੱਬਣ ਨਹੀਂ ਦਿੰਦਾ, ਕਦੀ ਡੁੱਬਦਾ ਨਹੀਂ, ਡੁੱਬਣ ਨਹੀਂ ਦਿੰਦਾ। ਨਹੀਂ, ਉਹ ਪੁੱਤਰ ਤਰ੍ਹਾਂ ਪਾਲਿਆ। ਤੋ ਆਪਣਾ ਪੁੱਤ ਪਾਲ ਨਾ ਨੀਰ ਡੁਬਾਇਆ, ਅਗਰੇ ਡੋਬ ਜਾਏ ਡੋਬ ਤਰਾਇਆ। ਅਗਰ ਦੀ ਲੱਕੜ ਨੂੰ ਪਾਣੀ ਜਾਣ ਕੇ ਡੁੱਬਦਾ, ਕਿਉਂ? ਡੁੱਬ ਕੇ ਤਰਨ ਮਗਰੋਂ ਉਸ ਦੀ ਕੀਮਤ ਵੱਧ ਜਾਂਦੀ ਹੈ। ਅਸਲ ਅਗਰ ਉਹੀ ਹੈ, ਜੇ ਲੱਕੜ ਅਗਰ ਦੀ ਨਿਸ਼ਾਨੀ ਹੈ ਕਿ ਡੁੱਬ ਜਾਂਦੀ ਹੈ, ਪਾਣੀ ਡੋਬ ਦਿੰਦਾ। ਮੈਂ ਤੇਰੀ ਨਿਸ਼ਾਨੀ ਹੈ, ਤੇਰਾ ਸਤਿਕਾਰ ਹੀ ਡੁੱਬਣ ਵਿੱਚ ਹੈ, ਫਿਰ ਤਾਰ ਦਿੰਦਾ। ਤੋ ਗੁਣ ਕੀਤੇ ਗੁਣ ਹੋਏ, ਜਗ ਪਤਿ ਆਇਆ। ਭਾਈ ਪਾਣੀ ਇਹ ਗੁਣ ਕਰਦਾ ਹੈ, ਪਰਉਪਕਾਰ ਕਰਦਾ ਹੈ। ਇਸ ਗੁਣ ਕਰਕੇ ਹੀ ਅਗਰ ਪ੍ਰਮਾਣ ਹੁੰਦਾ ਹੈ ਤੇ ਜਗਤ ਇਸੇ ਕਰਕੇ ਹੀ ਉਸ ਤੇ ਪ੍ਰਤੀਤ ਹੋਈ ਹੈ। ਠੀਕ ਹੈ ਅਗਰ ਹੈ तो पानी ने सारी खेड खेडी है। तो औगण सह गुण करे घोल कमाया। ਉਹ ਪਾਪ ਭਲੇ ਨਾਲ ਤਾਂ ਸਾਰੇ ਹੀ ਭਲਾ ਕਰਦੇ ਹਨ, ਉਹ ਭਲੇ ਨਾਲ ਤਾਂ ਸਾਰੇ ਹੀ ਭਲਾ ਕਰਦੇ ਹਨ, ਪਰ ਇਹੋ ਜਿਹਾ ਕੋਈ ਵਿਰਲਾ ਗੁਰਸਿੱਖ ਹੈ ਜੋ ਬੁਰੇ ਨਾਲ ਬੁਰਾਈ ਨੂੰ ਸਹਾਰ ਕੇ ਵੀ ਗੁਣ ਕਰੇ। ਐਸਾ ਗੁਰਸਿੱਖ ਤੋਂ ਮੈਂ ਬਲਹਾਰੀ ਜਾਂਦਾ, ਐਸੇ ਗੁਰਸਿੱਖ ਤੋਂ ਮੈਂ ਬਲਹਾਰੀ ਜਾਂਦਾ ਹੂੰ। पौड़ी 13वीं हुक्म मनन दी मानता है। तो मन्ने सतगुरु हुक्म मनाया, भाना मन्ने हुक्म गुर फरमाया। पिरम प्याला पीव लख लखाया, गुरमुख लख लखाए न लख लखाया। गुरमुख आप गवाए न आप गनाया, गुरमुख सुख फल पाए बीज फलाया। जिसे भी बाबे नानक दा हुक्म मन्निया ना, उसने होरना तो भी हुक्म मनवाया है। तो रब दा भाना मनना हुक्म है। ये हुक्म अगों गुरु बाबे नानक ने सिखां प्रति फरमाया है। रब नाल सुभाव मिलाओ, दुख सुख नूं एक जिहा करो। अमृत रस दा प्याला पी के अलख प्रभु भी दिसन लग पैंदा है। तो अमृतधारी गुरसिख अलख प्रभु नूं जान के भी अपने आप नूं नहीं जिताउंदा,
ਤਾਂ ਵੀ ਅਲੱਖ ਪ੍ਰਭੂ ਬਾਰੇ ਕਿਸੇ ਨੂੰ ਦੱਸਦੇ ਨਹੀਂ। ਅੰਮ੍ਰਿਤਧਾਰੀ ਗੁਰਸਿੱਖ ਆਪਣੀ ਹਉਮੈ ਨੂੰ ਮਾਰ ਕੇ ਵੀ ਕਿਸੇ ਨੂੰ ਦੱਸਦੇ ਨਹੀਂ। ਹਉਮੈ ਮਰਨ ਨਾਲ ਰੱਬ ਮਿਲ ਜਾਂਦਾ ਹੈ, ਪਰ ਕਿਸੇ ਨੂੰ ਵੀ ਦੱਸਦੇ ਨਹੀਂ। ਸੋ ਅੰਮ੍ਰਿਤਧਾਰੀ ਗੁਰਸਿੱਖ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਕੇ ਸਦੀਵੀ ਸੁੱਖਾਂ ਦੀ ਪ੍ਰਾਪਤੀ ਕਰ ਲੈਂਦਾ ਹੈ। ਹੋਰ ਗੁਰਸਿੱਖ ਦੇ ਸਰੀਰ ਖੇਤੀ ਵਿੱਚ ਬੀਜ ਕੇ ਵਾਹਿਗੁਰੂ ਸਿਮਰਨ ਦਾ ਬੀਜ ਕੇ ਸਿੱਖੀ ਨੂੰ ਫੈਲਾਇਆ ਹੈ, ਪ੍ਰਚਾਰਿਆ ਹੈ। ਅਸੀਂ ਸੁੱਤੇ ਪਏ ਹਾਂ। ਪੌੜੀ 14ਵੀਂ। ਗੁਰੂ ਤੇ ਗੁਰਸਿੱਖ ਦੀ ਘਾਲ ਕਮਾਈ। ਸਤਿਗੁਰੂ ਦਰਸ਼ਨ ਦੇਖ ਧਿਆਨ ਧਰਾਇਆ। ਬਾਬੇ ਨਾਨਕ ਦੇ ਦਰਸ਼ਨ ਕਰਕੇ ਕਿ ਬਾਬਾ ਸੱਚਖੰਡ ਦਾ ਮਾਲਕ ਹੈ, ਗੁਰਸਿੱਖ ਸੁਰਤੀ ਜੋੜ ਕੇ ਧਿਆਨ ਧਰਦਾ ਹੈ। ਸਤਿਗੁਰੂ ਸ਼ਬਦ ਵਿਚਾਰ ਗਿਆਨ ਕਮਾਇਆ। ਗੁਰਸਿੱਖ ਬਾਣੀ ਵਿਚਾਰ ਕੇ ਗੁਰੂ ਦੇ ਬਖਸ਼ੇ ਗਿਆਨ ਅਨੁਸਾਰ ਹੀ ਕਮਾਈ ਕਰਦਾ ਹੈ। ਚਰਨ ਕਮਲ ਗੁਰ ਮੰਤਰ ਚਿੱਤ ਵਸਾਇਆ। ਤੋ ਪਾਤਸ਼ਾਹ ਦੇ ਸੋਹਣੇ ਕਮਲ ਫੁੱਲਾਂ ਵਰਗੇ ਚਰਨਾਂ ਨੂੰ ਤੇ ਸੋਹਣੇ ਵਾਹਿਗੁਰੂ ਮੰਤਰ ਨੂੰ ਆਪਣੇ ਚਿੱਤ ਵਿੱਚ ਵਸਾਉਂਦਾ ਹੈ। ਸਤਿਗੁਰੂ ਸੇਵ ਕਮਾਏ ਸੇਵ ਕਰਾਇਆ। ਸਤਿਗੁਰੂ ਦੀ ਸੇਵਾ ਕਰਦਾ ਹੈ, ਉਸ ਦੀ ਕਮਾਈ ਕਰਦਾ ਹੈ, ਭਾਵ ਸਾਰੀ ਉਮਰ ਸੇਵਾ ਕਰਦਾ ਹੀ ਰਹਿੰਦਾ ਹੈ ਤੇ ਅੱਗੋਂ ਹੋਰਨਾਂ ਕੋਲੋਂ ਸੇਵਾ ਕਰਾਉਂਦਾ ਹੈ। ਗੁਰ ਚੇਲਾ ਪਰਚਾਏ ਜਗ ਪਰਚਾਇਆ। ਗੁਰਸਿੱਖ ਸਤਿਗੁਰੂ ਤੇ ਪੂਰਨ ਪ੍ਰਤੀਤ ਕਰਦਾ ਹੈ, ਅੱਗੋਂ ਜਗਤ ਨੂੰ ਸਤਿਗੁਰੂ ਤੇ ਪ੍ਰਤੀਤੀ ਕਰਵਾਉਂਦਾ ਹੈ। ਗੁਰਸਿੱਖ ਪੰਥ ਚਲਾਏ ਨਿਜ ਕਰ ਛਾਇਆ। ਅੰਮ੍ਰਿਤਧਾਰੀ ਗੁਰਸਿੱਖ ਬਾਬੇ ਨਾਨਕ ਦੇ ਚਲਾਏ ਪੰਥ ਨੂੰ ਅੱਗੇ ਚਲਾਉਂਦਾ ਹੈ, ਅੱਗੇ ਪ੍ਰਚਾਰਦਾ ਹੈ। ਸੱਚਖੰਡ ਛਾਇਆ ਰਹਿੰਦਾ ਹੈ, ਜੀਵਨ ਮੁਕਤ ਹੋ ਜਾਂਦਾ ਹੈ। ਪੌੜੀ 15ਵੀਂ। ਗੁਰਸਿੱਖ ਨੂੰ ਮਿਲਾਪ ਦੀ ਜੁਗਤੀ ਗੁਰੂ ਦੱਸਦਾ ਹੈ। ਗੁਰੂ ਨਾਨਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਜੋਗ ਜੁਗਤ ਗੁਰਸਿੱਖ ਗੁਰ ਸਮਝਾਇਆ। ਜੋਗ ਜੁਗਤ, ਜੋਗ ਦੀ ਜੁਗਤ, ਰੱਬ ਦੇ ਮਿਲਾਪ ਦਾ ਤਰੀਕਾ। ਅੰਮ੍ਰਿਤਧਾਰੀ ਗੁਰਸਿੱਖਾਂ ਨੂੰ ਰੱਬ ਦੇ ਮਿਲਾਪ ਦਾ ਤਰੀਕਾ ਬਾਬੇ ਨਾਨਕ ਨੇ ਸਮਝਾਇਆ ਹੈ। ਆਸਾ ਵਿੱਚ ਨਿਰਾਸ ਵਲਾਇਆ। ਇਛਾਵਾਂ ਭਰੇ ਸੰਸਾਰ ਵਿੱਚ ਇੱਛਾ ਤੋਂ ਰਹਿਤ ਰਹੋ ਤੇ ਨਿਰਮੋਹ ਹੋ ਕੇ ਵੇਲਾ ਲੰਘਾਓ। ਸਮਾਂ ਉਮਰ ਤਾਂ ਥੋੜਾ ਹੀ ਹੈ, ਬਸ ਕੱਢ ਲਓ। बताओ। थोड़ा पानी अन्न खाए पियाया। अन्न पानी थोड़ा खाओ, भक्ति करनी है भाई। थोड़ा बोलना झक चखाया। थोड़ा बोलिया करो, सिर्फ रब प्रति, वाधू नहीं बोलना। झक चखाया, फालतू नहीं बोलना। थोड़ी राती नींद ना मोह फहाया। तो राती भी थोड़ा ही सोना है ते किसी मोह विच नहीं फसना। तो सोने अंदर जाए ना लोभ लुभाया। तो सुपने विच भी लालच नहीं करना। सुपने विच भी लालच नहीं करना। ये सिक्ख्या है रब नूं मिलण दी, रब नूं मिलन दी। पौड़ी 16ਵੀਂ। फिर मिलाप दा तरीका। मुंदरा गुर उपदेश मंत्र सुनाया। ਕੰਨਾਂ ਵਿੱਚੋਂ ਕਹਿੰਦਾ ਕੰਨਾਂ ਵਿੱਚ ਮੁੰਦਰਾਂ ਨਹੀਂ ਪਾਉਣੀਆਂ। ਬਾਣੀ ਦੀ ਵਿਚਾਰ ਮੁਤਾਬਕ ਜੀਵਨ ਰੱਖਣਾ ਹੈ ਤੇ ਵਾਹਿਗੁਰੂ 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 ਗੁਰਮੰਤਰ ਸਿੱਖਾਂ ਨੂੰ ਜਪਣ ਲਈ ਸੁਣਾ ਦਿੱਤਾ। ਖਿੰਥਾ ਖਿਮਾ ਸਿਵਾਏ ਝੋਲੀ ਪਤ ਮਾਇਆ। ਤੂੰ ਗੁਰਸਿੱਖੋ ਵਧੀਕੀ ਨੂੰ ਜਰਨਾ ਗੱਲ ਵਿੱਚ ਮੰਗਣ ਲਈ ਕੋਈ ਸਵਾ ਕੇ ਝੋਲੀ ਨਹੀਂ ਪਾਉਣੀ। ਮੰਗਣ ਵਾਲੀ ਝੋਲੀ ਮੰਗਣਾ ਕਦੀ ਵੀ ਨਹੀਂ। तो इज्जत की झोली पाउनी है जो माया तो निर्लेप रखती है। झोली पत है। पैरी पै पखाक बभूत बनाया। सो पिछे ते सुहा नहीं मिलनी भाई, पिंडे ते सुहा नहीं मिलनी। तो गुरसिखां दे चरनी लग के निमरता धारण करके गुरसिखां दी चरण धूड़ी लैनी। पिरम प्याला पत भोजन पाया। अमृत रस अमृत दसम द्वार विचों प्राप्त करना है। हथ विच खप्पर नहीं फड़ना नहीं। ये रस नाल तृप्ति रहिंदी है तो यही भोजन रब नूं चंगा लगदा है, गुरसिख नूं भी चंगा लगदा है। डंडा ज्ञान विचार दूत सधाया। भाई होर हथ में डंडा नहीं रखना। बाणी दे ज्ञान दी विचार करके जमदूत नूं सोधना है। जमदूत नेड़े वैसे नहीं आउंदा गुरसिखां दे। तो सहज गुफा सतसंग समाध समाया। विकारियां ने मतलब बस विच करना है। तो सत संगत विच शरीर गुफा विच सुन समाधि ला के रब विच समाए रहना है। समाए रहिंदे गुरसिख समाए रहिंदे। समाए सुरती लग गई समाए गया।
ਸੋ ਪੌੜੀ 17ਵੀਂ ਮਿਲਾਪ ਦਾ ਫਿਰ ਤਰੀਕਾ ਹੈ। ਸਿੰਘੀ ਸੁਰਤ, ਇਹ ਜੋਗੀ ਲੋਕ ਕਰਦਾ ਹੈ। ਸਿੰਘੀ ਸੁਰਤ ਵਸੇਕ ਸ਼ਬਦ ਵਸਾਇਆ। ਜੋਗੀ ਸਿੰਘੀ ਵਜਾਉਂਦਾ ਨਾ, ਸਿੰਘੀ ਨਹੀਂ ਵਜਾਉਣੀ ਭਾਈ। ਸੁਰਤ ਨੂੰ ਵਿਸ਼ੇਸ਼ ਤੌਰ 'ਤੇ ਸਿੰਘੀ ਬਣਾ ਕੇ ਭਾਵ ਟਿਕਾ ਕੇ ਸਿਮਰਨ ਕਰਨਾ ਹੈ ਤੇ ਅੰਦਰੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਣ ਲੱਗ ਪਵੇ। ਅਨਹਦ ਵੱਜੇ। ਗੁਰਸਿੱਖਾਂ ਦਾ ਗੁਰੂ ਸਾਹਿਬ ਨੇ ਅਨਹਦ ਵਜਾ ਦਿੱਤਾ। ਗੁਰਸਿੱਖਾਂ ਦਾ ਸ਼ਬਦ ਵਸਾਇ ਵਜਾਇਆ। ਗੁਰਮੁਖ ਆਈ ਪੰਥ ਨਿਜ ਕਰ ਪਾਇਆ। ਤੋ ਜੋਗੀਆਂ ਦੇ ਆਈ ਪੰਥ ਨੂੰ ਧਾਰਨ ਦੀ ਲੋੜ ਨਹੀਂ, ਨਾ ਧਾਰਨ ਕਰਦੇ। ਅੰਮ੍ਰਿਤਧਾਰੀ ਗੁਰਸਿੱਖ ਸੱਚਖੰਡ ਪਹੁੰਚ ਜਾਂਦੇ, ਆਪਣੇ ਘਰ ਨਿਜ ਕਰ ਪਾ ਲੈਂਦੇ। ਆਦਪੁਰਖ ਆਦੇਸ਼ ਅਲਖ ਲਖਾਇਆ। ਜੋਗੀ ਆਦੇਸ਼ ਆਖਦਾ ਹੈ, ਅਸੀਂ ਨਹੀਂ ਆਖਦੇ। ਤੇ ਗੁਰਸਿੱਖ ਅਕਾਲ ਪੁਰਖ ਨੂੰ ਨਮਸਕਾਰ ਕਰਦੇ ਹਨ, ਅਲਖ ਵਾਹਿਗੁਰੂ ਨੂੰ ਜਾਣ ਲੈਂਦੇ ਹਨ, ਦਰਸ਼ਨ ਕਰ ਲੈਂਦੇ ਹਨ। ਗੁਰ ਚੇਲੇ ਰਹਿ ਰਾਸ ਮਨ ਪਰਚਾਇਆ। ਤੋ ਬਾਬੇ ਨਾਨਕ ਨੇ ਗੁਰਸਿੱਖ ਨੂੰ ਸੱਚੀ ਰੋਹ ਰੀਤੀ ਸਮਝਾ ਕੇ ਉਸਦੇ ਮਨ ਨੂੰ ਪਰਚਾ ਦਿੱਤਾ ਤੇ ਮਨ ਪਤੀਜ ਗਿਆ, ਪ੍ਰਤੀਤੀ ਵਿੱਚ ਦ੍ਰਿੜ ਕਰ ਦਿੱਤਾ। ਤੋ 20-21 ਚੜਾਏ ਸ਼ਬਦ ਮਿਲਾਇਆ। ਤੋ ਗਿਆਨ ਇੰਦਰੀਆਂ ਤੋਂ ਪਾਰ ਕਰਕੇ ਦਸਮ ਦੁਆਰ ਵਿੱਚੋਂ ਚਾੜ ਕੇ ਵਾਹਿਗੁਰੂ 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 ਸਿਮਰਨ ਵਿੱਚ ਸੁਰਤ ਜੋੜ ਕੇ ਰੱਬ ਨਾਲ ਮਿਲਾ ਦਿੱਤਾ। ਪੌੜੀ 18। ਗੁਰਸਿੱਖ ਜਗਤ ਦੀ ਬਾਜੀ ਨੂੰ ਜਿੱਤਦਾ ਹੈ। ਗੁਰਸਿੱਖ ਸੁਣ ਗੁਰਸਿੱਖ ਸਿੱਖ ਸਦਾਇਆ। ਬਾਬੇ ਨਾਨਕ ਦੀ ਸਿੱਖਿਆ ਨੂੰ ਸੁਣ ਕੇ ਗੁਰਸਿੱਖ ਨੇ ਆਪਣੇ ਆਪ ਨੂੰ ਗੁਰਸਿੱਖ ਸਦਵਾਇਆ। ਤੋ ਗੁਰਸਿੱਖੀ ਗੁਰਸਿੱਖ ਸਿੱਖ ਸੁਣਾਇਆ। ਗੁਰਸਿੱਖ ਨੇ ਗੁਰਸਿੱਖਿਆ ਨੂੰ ਗੁਰੂ ਪਾਸੋਂ ਸਿੱਖ ਕੇ ਹੀ ਅੱਗੋਂ ਗੁਰਸਿੱਖਾਂ ਨੂੰ ਉਹੀ ਸਿੱਖਿਆ ਦਿੱਤੀ ਹੈ ਤੇ ਸੁਣਾਈ ਹੈ। ਕਿੱਡੀ ਵਧੀਆ ਗੱਲ ਹੈ। ਗੁਰਸਿੱਖ ਸੁਣ ਕਰ ਭਾਉ ਮਨ ਵਸਾਇਆ। ਗੁਰੂ ਦੀ ਸਿੱਖਿਆ ਨੂੰ ਸੁਣ ਕੇ ਹੀ ਗੁਰਸਿੱਖ ਨੇ ਪ੍ਰੇਮ ਨਾਲ ਮਨ ਵਿੱਚ ਵਸਾਇਆ। ਗੁਰਸਿੱਖਾਂ ਗੁਰਸਿੱਖ ਗੁਰਸਿੱਖ ਭਾਇਆ। ਗੁਰਸਿੱਖਾਂ ਨੂੰ ਗੁਰਸਿੱਖਾਂ ਦਾ ਹੀ ਭਾਣਾ ਚੰਗਾ ਲੱਗਦਾ ਹੈ। ਗੁਰਸਿੱਖ ਰੱਬ ਦਾ ਰੂਪ ਹੈ। ਗੁਰਸਿੱਖ ਗੁਰਸਿੱਖ ਸੰਗ ਮੇਲ ਮਿਲਾਇਆ। ਗੁਰਸਿੱਖਾਂ ਨੂੰ ਗੁਰਸਿੱਖਾਂ ਦਾ ਹੀ ਗੁਰੂ ਦੇ ਸਿੱਖਾਂ ਨੇ ਹੀ ਗੁਰੂ ਦੇ ਸਿੱਖਾਂ ਨਾਲ ਮਿਲੇ ਮੇਲ ਮਿਲਾਪ ਰਿਸ਼ਤਾ ਕੀਤਾ ਹੋਇਆ, ਰਿਸ਼ਤਾ ਰੱਖਿਆ ਹੋਇਆ ਹੈ। ਤੋ ਚੌਪੜ 16 ਸਾਰ ਜੁਗ ਜਿਣ ਆਇਆ। ਤੋ ਭਾਈ ਇਸ ਤਰ੍ਹਾਂ ਗੁਰਸਿੱਖ ਨੇ ਗੁਰੂ ਦੀ ਸਿੱਖਿਆ ਤੇ ਚੱਲ ਕੇ ਸੰਸਾਰ ਦੀਆਂ 16 ਨਰਦਾਂ ਵਾਲੀ ਚੌਪੜ ਦੀ ਖੇਡ ਨੂੰ ਜਿੱਤ ਲਿਆ। ਪੌੜੀ 19ਵੀਂ। ਗੁਰਸਿੱਖ ਲਈ ਸੰਸਾਰ ਸ਼ਤਰੰਜ ਦੀ ਖੇਡ ਹੈ। ਸ਼ਤਰੰਜ ਬਾਜੀ ਖੇਲ ਬਿਸਾਤ ਬਣਾਇਆ। ਬਿਸਾਤ ਹੁੰਦਾ ਸਾਜੋ ਸਮਾਨ। ਸ਼ਤਰੰਜ ਦੀ ਬਾਜੀ ਰੂਪ ਸੰਸਾਰ ਦੀ ਖੇਡ ਤੇ ਉਸ ਦਾ ਸਾਰਾ ਸਮਾਨ ਨਰਦਾਂ ਆਦਿ ਪਰਮੇਸ਼ਰ ਨੇ ਬਣਾਇਆ ਹੈ। ਹਾਥੀ ਘੋੜੇ ਰੱਥ ਪਿਆਦੇ ਆਇਆ। ਤੋ ਇਸ ਖੇਡ ਵਿੱਚ ਹਾਥੀ ਮਸ ਚਾਲ ਚੱਲਣ ਵਾਲੇ, ਘੋੜੇ ਤੇਜ਼ ਚਾਲ ਚੱਲਣ ਵਾਲੇ ਤੇ ਰੱਥ ਘੋੜਿਆਂ ਵਾਲੇ, ਪਿਆਦੇ ਸਿਪਾਹੀ ਸਭ ਤਰ੍ਹਾਂ ਦੇ ਲੋਕ ਨੀਵੇਂ ਉੱਚੇ ਤੇ ਵੱਡੇ ਪੈਦਾ ਕੀਤੇ ਹਨ। ਹੋਏ ਪਾਤਸ਼ਾਹ ਵਜ਼ੀਰ ਦੋਏ ਦਲ ਛਾਇਆ। ਤੋ ਚੌਪੜ ਵਿੱਚ ਪਾਤਸ਼ਾਹ ਤੇ ਵਜ਼ੀਰ ਦੀ ਖੇਡ ਹੈ। ਇਸ ਤਰ੍ਹਾਂ ਧਰਤੀ ਤੇ ਰਾਜੇ ਵਜ਼ੀਰ ਹਨ। ਦੋ ਦਲ ਸੰਸਾਰ ਵਿੱਚ ਛਾਏ ਹੋਏ ਹਨ, ਮਨਮੁਖ ਤੇ ਗੁਰਮੁਖ। ਹੋਏ ਪਾਤਸ਼ਾਹ ਵਜ਼ੀਰ ਦੋਏ ਦਲ ਛਾਇਆ। ਹੋਏ ਗੜਾ ਵੱਡ ਜੋਧ ਜੁੱਧ ਮਚਾਇਆ। ਤੋ ਜੋਧੇ ਆਪਸ ਵਿੱਚ ਭਲਾਈ ਤੇ ਬੁਰਾਈ ਦੇ ਸੂਚਕ ਕਮਸਾਨ ਮਚਾ ਰਹੇ ਹਨ। ਲੜਾਈ ਲੜੀ ਜਾ ਰਹੀ ਹੈ। ਇੱਕ ਦੂਜੇ ਨੂੰ ਸੱਚ ਤੇ ਝੂਠ ਮਾਤ ਕਰਨ ਦੇ ਯਤਨ ਕਰ ਰਹੇ ਹਨ। ਤੋ ਗੁਰਮੁਖ ਚਾਲ ਚਲਾਏ ਹਾਲ ਪੁਜਾਇਆ। ਪਰ ਇਹਨਾਂ ਵਿੱਚੋਂ ਗੁਰਮੁਖ ਸੂਰਮਾ ਆਪਣੀ ਹੀ ਚਾਲੇ ਚੱਲ ਰਹੇ, ਆਪਣੇ ਹਾਲ ਸਮੇਂ ਤੇ ਹੀ ਸਰੀਰ ਨੂੰ ਸਫਲਾ ਬਣਾ ਕੇ ਅੱਗੇ ਅੱਗੇ ਜਾ ਰਿਹਾ ਹੈ। ਸੋ ਪਾਇਕ ਹੋਏ ਵਜ਼ੀਰ ਗੁਰ ਪਹੁੰਚਾਇਆ। ਤੋ ਜੋ ਵੀ ਅੰਮ੍ਰਿਤ ਛਕ ਕੇ ਦਾਸ ਬਣ ਕੇ ਨਿਮਰਤਾ ਧਾਰਦਾ ਹੈ, ਵਜ਼ੀਰ ਗੁਰੂ ਉਸ ਨੂੰ ਸੱਚਖੰਡ ਪਹੁੰਚਾ ਦਿੰਦਾ ਹੈ। 20ਵੀਂ ਪੌੜੀ। ਗੁਰਸਿੱਖ ਭੈ ਵਿੱਚ ਰਹਿੰਦੇ ਆ। ਭੈ ਵਿੱਚ ਨਿੰਮਣ, ਭੈ ਵਿੱਚ ਨਿੰਮਣ ਨਿੰਮ ਭੈ ਵਿੱਚ ਜਾਇਆ। ਭੈ ਵਿੱਚ ਗੁਰਮੁਖ ਪੰਥ ਸਰਨੀ ਆਇਆ। ਭੈ ਵਿੱਚ ਸੰਗਤ ਸਾਧ ਸ਼ਬਦ ਕਮਾਇਆ। ਭੈ ਵਿੱਚ ਜੀਵਨ ਮੁਕਤ ਭਾਣਾ ਭਾਇਆ। ਭੈ ਵਿੱਚ ਜਨਮ ਵਿਸਾਰ ਸਹਿਜ ਸਮਾਇਆ। ਭੈ ਵਿੱਚ ਨਿਜ ਕਰ ਜਾਏ
पूरा जाए जाए पूरा पाया। पाए निम्मण, निम हुंदा गर्भ विच आके पलना, पैर रब दे डर विच, रब दे अदब सत्कार विच। गुरसिख दी आत्मा सचखुंड तो आउंदी है तो गुरसिख भै विच ही मां दे पेट विच निमदा है, पलदा है, भै विच ही जन्म लैंदा है। वाहिगुरू दे अदब सत्कार विच ही गुरसिखां दे पंथ विच आके गुरु दी सरनी पैंदा है, अमृत छकदा है। वाहिगुरू दे अदब सत्कार विच ही साध संगत विच आके वाहिगुरू सिमरन दी कमाई करदा है। वाहिगुरू दे अदब सत्कार विच ही उसदा भाणा चंगा लगदा है ते सचखंड पहुंचदा है, जीवन मुक्त हो जांदा है। उत्थों ही पता लगदा है कि मैं जीवन मुक्त हां। वाहिगुरू दे अदब सत्कार विच ही सुन समाधि विच समा जांदा है ते अपना जीवन सवार लैंदा है। वाहिगुरू दे अदब सत्कार विच ही अपने घर सचखंड पहुंचदा है ते रब नूं पा लैंदा है। पौड़ी 21। गुरु वाहिगुरू है ते गुरमुखां दे गुण है। गुर परमेश्वर जान सरनी आया। बाबे नानक नूं रब समझ के अमृत छके गुरसिख चरनी लगदा है। गुरचरनी चित लाए न चले चलाया। गुरु दे चरनी वाहिगुरू सिमरन में सुरत जोड़ के फिर किसी दा डुलाया डोलदा नहीं। गुरमत निचल होए निज पद पाया। तो गुरु दी मत कसवटी दी विचार करके अडोल हो जाता है तो अपने घर सचखंड पहुंच जाता है। तो गुरमुख कार कमाए भाणा पाया। तो अमृतधारी गुरसिख वाहिगुरू सिमरन दी काल कमाई करदा है ते उस नूं रब दा हुक्म चंगा लगदा है, भाणा चंगा लगदा है, भाणे विच रहिंदा है। गुरमुख आप गवाए सच समाया। अमृतधारी गुरसिख अपनी होमे नूं खत्म कर लैंदा है ते वाहिगुरू विच लीन रहिंदा है। होमे खत्म हो गई ना ते प्रकाश हो जाता है, सुन समाध हो जाती है। सफल जन्म जग आए जगत तराया। अमृतधारी गुरसिख दा जगत ते चाहया सफल है ते सारे जगत नूं भी अमृत छका के तार लैंदा है। संगत करदा है ना तो सारे ये हो गईयां 20 अष्टपतियां कहना 20 वारां हो गईयां 20 भाई गुरदास दियां ते 40 ने टोटल। तो वार 21 एक ओंकार सत गुरप्रसाद। बाबा नानक वाहिगुरू है। पातशाह सत सुहाई सुहाणीए। सत मैंने सच रब दा स्वरूप है। सुहाणीए सुंदर है, शोभा वाला है। सचखंड शोभदा है। बाबा नानक पातशाह दा पातशाह है, रब दा स्वरूप है। सचखंड बैठा शोभदा है। बाबे दा किते होर तां दर्शन ही नहीं हुंदे, सचखंड ही हुंदे हन ते उत्थे बैठा सोहना लगदा है, बाबा सोहना लगदा। बड़ा बेपरवाह अंत न जानिए। बहुत बेपरवाह, बहुत बेपरवाह। बाबे नूं किसे दी मुथाजी नहीं, उसदा अंत कोई पा नहीं सकदा। तो एक हुक्म करके तां कुदरत साज दित्ती तो बाबे ने कुदरत दा अंत पा के दिखा दे। बाबे दी कुदरत दा अंत पा के दिखा दे। लो बाली दरगाह आख वखाणीए। लो बाली हुंदा बेपरवाह, दरगाह हुंदा सचखंड। उसदा सचखंड भी बेपरवाह है। वो तो सचखंड, उसदा सचखंड भी बेपरवाह है। लो बाली दरगाह वो किसी दे अधीन नहीं हैगा। बेपरवाह बाबा नानक ही मालक है तो इसलिए उसनूं बेपरवाह आख्या। क्यों कि उसकी बराबरी वाला होर कोई नहीं, सिर्फ श्री गुरु ग्रंथ साहिब जी का हुक्म चलता है। सो कुदरत अगम अथा चोज विडाणीए। अगम अपहुंच हुंदा है, बेअंत। उस बाबे की रची कुदरत बहुत बेअंत है, अथाह है। वो वड्डे कौतुक करन वाला आश्चर्य है। सच्ची सिर्फ सलाह कथ कहानी है। उसदा वाहिगुरू नाम जपना अगे काम आउंदा, अगे काम आउंदा। बाबे दियां कथा कहानियां कथन विच आ ही नहीं सकदियां। सतगुरु सच्चे वाह सतगुरु बाणीए। सतगुरु नानक दियो है। वो भाई बाबा नानक ही सतगुरु है, आप ही परमेश्वर है। आपे सतगुरु आप हर। तो सच्चा परमेश्वर बाबा नानक धन है, सदा कुर्बान जाना चाहिए, आखते रहना चाहिए बाबा धन है। वाहिगुरू वाह है, वाहिगुरू
ਵਾਹਿਗੁਰੂ ਵਾਹ ਵਾਹ। ਪੌੜੀ ਦੂਜੀ। ਸਾਰੀ ਸ੍ਰਿਸ਼ਟੀ ਰੱਬ ਨੂੰ ਗਾ ਰਹੀ ਹੈ। ਬ੍ਰਹਮੇ ਵਿਸ਼ਨ ਮਹੇਸ਼ ਲੱਖ ਧਿਆਇਂਦੇ। ਬ੍ਰਹਮਾ ਮਹੇਸ਼ ਵਿਸ਼ਨੂੰ ਇਹਨਾਂ ਵਰਗੇ ਲੱਖਾਂ ਬਾਬੇ ਨੂੰ ਯਾਦ ਕਰਦੇ ਹਨ। ਰੱਬ ਬਾਰੇ ਤਾਂ ਇਹਨਾਂ ਨੂੰ ਗਿਆਨ ਹੀ ਨਹੀਂ। ਨਾਰਦ ਸਾਰਦ ਸ਼ੇਸ਼ ਕੀਰਤ ਗਾਇਂਦੇ। ਸਾਰਦ ਸੁਰਸਵਤੀ, ਲੱਖਾਂ ਨਾਰਦ ਲੱਖਾਂ ਸੁਰਸਵਤੀਆਂ ਲੱਖਾਂ ਸ਼ੇਸ਼ ਨਾਗ ਹਜ਼ਾਰ ਮੂੰਹ ਵਾਲਾ ਬਾਬੇ ਦੀ ਸਿਫਤ ਸਲਾਹ ਕਰਦੇ ਹਨ। ਗਨ ਗੰਧਰਪ ਗਣੇਸ਼ ਨਾਦ ਵਧਾਇਂਦੇ। ਕੋਈ ਗਨ ਗੰਧਰਪ ਇਹ ਦੇਵਤਿਆਂ ਦੇ ਰਾਗੀ ਹੈ। ਇੱਕ ਜਮਾਤ ਹੈ ਗਣ ਤੋਂ ਗੰਧਰਪ ਦੇਵਤਿਆਂ ਦੇ ਰਾਗੀ ਹੈ। ਉਹ ਗਣੇਸ਼ ਹੈ, ਹਾਥੀ ਦੀ ਸੁੰਡ ਵਾਲਾ ਬੰਦਾ ਹੈ, ਸ਼ਿਵ ਜੀ ਦਾ ਪੁੱਤਰ। ਨਾਦ ਵਾਜੇ ਧੁਨੀ। ਸੋ ਗਣ ਗੰਧਰਪ ਗਣੇਸ਼ ਬਾਬੇ ਦੀ ਉਸਤਤ ਵਿੱਚ ਵਾਜੇ ਵਜਾਉਂਦੇ ਹਨ, ਧੁਨੀਆਂ ਕੱਢ ਰਹੇ ਹਨ। 6 ਦਰਸ਼ਨ ਕਰ ਵੇਸ ਸਾਂਗ ਬਣਾਏਂਦੇ। 6 ਦਰਸ਼ਨਾਂ ਭੇਖ ਧਾਰ ਕੇ ਸਾਂਗ ਬਣਾਏ ਫਿਰਦੇ ਹਨ। ਇਹ ਵੀ ਬਾਬੇ ਦੀ ਰਚਨਾ ਹੈ। ਕਰਮਾਂ ਕਰਕੇ ਵਿਛੜੇ ਫਿਰਦੇ ਹਨ। ਗੁਰ ਚੇਲੇ ਉਪਦੇਸ਼ ਕਰਮ ਕਮਾਇਂਦੇ। ਅਖੌਤੀ ਗੁਰੂ ਪਖੰਡੀ ਗੁਰੂ ਚੇਲਿਆਂ ਨੂੰ ਉਪਦੇਸ਼ ਦਿੰਦੇ ਹਨ ਤੇ ਅੱਗੇ ਚੇਲੇ ਉਹੀ ਕਰਮ ਦੀ ਕਮਾਈ ਕਰੀ ਜਾਂਦੇ ਹਨ, ਸਾਰੇ ਨਰਕਾਂ ਵਿੱਚ ਜਾਂਦੇ ਹਨ। ਆਦਿ ਪੁਰਖ ਆਦੇਸ਼ ਪਾਰ ਨ ਪਾਇੰਦੇ। ਸਭ ਤੇ ਮੋਢੀ ਸਭ ਵਿੱਚ ਸਮਾਏ ਹੋਏ ਪ੍ਰਕਾਸ਼ ਨੂੰ ਨਮਸਕਾਰ ਹੈ, ਕੋਈ ਉਸ ਦਾ ਅੰਤ ਨਹੀਂ ਪਾ ਸਕਦਾ। ਪੌੜੀ ਤੀਜੀ। ਸਾਰੇ ਬਾਬੇ ਨੂੰ ਸਿਮਰਦੇ ਹਨ। ਪੀਰ ਪਕੰਬਰ ਹੋਏ ਕਰਦੇ ਬੰਦਗੀ। ਮੁਸਲਮਾਨਾਂ ਦੇ ਪੀਰ ਪੈਗੰਬਰ ਹੋ ਕੇ ਵੀ ਰੱਬ ਦੀ ਬੰਦਗੀ ਕਰਦੇ ਹਨ। ਮੇਸ ਸ਼ੇਖ ਮਸਾਇਕ ਹੋਏ ਕਰਮ ਛੰਦਗੀ। ਮਸ਼ਾਇਕ ਘਾਲ ਕਮਾਈ ਕਰਨ ਵਾਲੇ। तो शेख ਦਾ ਬਹੁਵਚਨ ਮਸ਼ਾਇਕ ਹੈ। ਸ਼ੇਖ ਮਸ਼ਾਇਕ ਹੋ ਕੇ ਵੀ ਰੱਬ ਦੀ ਮੁਹਤਾਜੀ ਹੀ ਕਰਦੇ ਹਨ, ਮੁਹਤਾਜ ਹਨ। ਗੌਸ ਕੁਤਬ ਕਈ ਲੋਏ ਗੁਰਬਖਸ਼ੰਦਗੀ। तो गौस कुतुब मुसलमानी मत दे आचार्य है। तो गौस कुतुब कई लोग सचखंड दे तो बख्शिश मंगते हैं। दर दरवेश खलोए मस्त मसंदगी। तो भाई मसंदगी मसंदपुणा गद्दी ते बैठन वाले। सो गद्दी ते बैठन वाले भी दर दे फकीर हो के मस्त हो के खलोते ही भिख्या मंग रहे हैं। वली उले सुन सोए करन पसंदगी। वली उले अल्लाह दे वाली पसंदगी प्रसन्न होंदे हन। सो अल्लाह दे वली शोभा सुन के प्रसन्न होंदे हन। दरगह विरला कोए बख्श बुलंदगी। तो वक्त बुलंदगी उत्ते मुरातबे नूं हासिल करदा है। तो इनियां घालना कमाइयां दे बावजूद कोई विरला ही है जो रब दे बराबर विच उच्चे मुरातबे नूं हासिल करदा है। पौड़ी चौथी। करतार नूं कीता नहीं जान सकदा। नहीं, ਕਰਤਾਰ ਨੂੰ ਕੀਤਾ ਨਹੀਂ ਜਾਣ ਸਕਦਾ। ਉਹਦਾ ਬਣਾਇਆ ਹੋਇਆ ਬੰਦਾ ਉਹਨੂੰ ਨਹੀਂ ਜਾਣ ਸਕਦਾ। ਫਿਰ ਦੇਹਧਾਰੀ ਗੁਰੂ ਕਿਵੇਂ ਬਣ ਗਿਆ? ਸੁਣ ਆਖਾਨ ਵਖਾਨ ਆਖ ਵਖਾਨਿਆ। ਸੋ ਅਖਾਨ ਹੈ ਕਈਆਂ ਹੋਈਆਂ ਗੱਲਾਂ। ਵੇਦਾਂ ਸ਼ਾਸਤਰਾਂ ਦੇ ਵਿਖਿਆਨ। ਵੇਦਾਂ ਸ਼ਾਸਤਰਾਂ ਅਨੁਸਾਰ ਕਈਆਂ ਹੋਈਆਂ ਗੱਲਾਂ ਅੱਗੋਂ ਕਥਾਵਾਚਕ ਲੋਕਾਂ ਨੂੰ ਸੁਣਾਉਂਦੇ ਹਨ। ਆਪ ਨਿੱਜੀ ਤੌਰ ਤੇ ਰੱਬ ਬਾਰੇ ਕੁਛ ਨਹੀਂ ਜਾਣਦੇ। हिंदू मुसलमान ना सच सियाने आ। हिंदू मुसलमाना ने रब नूं नहीं पछाणिया, रब बारे जानते ही नहीं। दरगाह पत प्रवान मान निमाणिया। सचखंड विच उसे नूं इज्जत प्रवान होनी है जिसने मान हुंदियां भी निमाणा हो के निमरता धारण कीती है। वेद कतेब कुरान न अखर जाने आ। तो वेद कतेब कुरान ने भी रब दा अंत नहीं पाया, जान नहीं सके। अखर अविनाशी वाहिगुरू नूं जान नहीं सके पाई। सो दीन दुनी हैरान चोज विडाणिया। दीन दुनिया दे दोवें लोग हैरान हो रहे हैं कि रब बेअंत कौतक रचन वाला है। कादर नूं कुर्बान कुदरत मानिया। तो सृष्टि दे करता तो असी कुर्बान जांदे हां, जिसने एडी कुदरत नूं आसरा ते मान दे के रखिया है। पौड़ी पंजवीं। रसां दे प्यारे सचखंड तो दूर हन। लख लख रूप स्वरूप अनूप सिधावी। लखां ही रूप वाले, चंगे स्वरूप वाले, ऐसे अनूप रूप वाले जिन्हां ने रूप का मुकाबला करन वाला कोई नहीं। इन्ने सोहने इहो जे सब मर जाते हैं।
ਰੰਗ ਬਰੰਗ ਸੁਰੰਗ ਤਰੰਗ ਬਣਾਵੇ। ਸੋ ਕਈ ਤਰ੍ਹਾਂ ਦੇ ਰੰਗ ਬਰੰਗ ਤੇ ਚੰਗੇ ਰੰਗਾਂ ਵਾਲੇ ਤਰੰਗ ਉੱਠਦੇ ਤੇ ਬਣ ਕੇ ਮੁੱਕ ਜਾਂਦੇ ਹਨ। ਇਹਨਾਂ ਸੰਸਾਰ ਸਮੁੰਦਰ ਵਿੱਚ ਬੁਲਬੁਲਿਆਂ ਵਾਂਗ ਅਨੇਕਾਂ ਕੌਤਕ ਹੁੰਦੇ ਹਨ। ਰਾਗ ਨਾਦ ਵਿਸਮਾਦ ਗੁਣ ਨਿਤ ਗਾਵੇ। ਤੋ ਕਈ ਤਰ੍ਹਾਂ ਦੇ ਰਾਗ ਹਨ, ਸਾਜ਼ਾਂ ਦੇ ਨਾਚ ਵੱਜਦੇ ਹਨ ਜੋ ਮਸਤੀ ਦੇ ਵਜਦ ਵਿੱਚ ਲੈ ਆਉਂਦੇ ਹਨ। ਅਚਰਜ ਰੂਪ ਹਨ। ਇਹਨਾਂ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਨੂੰ ਗਾ ਰਹੇ। ਰਸ ਕਸ ਲੱਖ ਸਵਾਦ ਚੱਖ ਚਖਾਵੇ। ਲੱਖਾਂ ਹੀ ਮਿੱਠੇ ਰਸ ਕੌੜੇ ਰਸਾਂ ਦੇ ਸਵਾਦ ਹਨ ਜੋ ਚੱਖੇ ਤੇ ਚਖਾਏ ਜਾ ਰਹੇ ਹਨ। ਗੰਧ ਸੁਗੰਧ ਕਰੋੜ ਮੈਂ ਮਹਿਕਾਵੇ। ਮੈਂ ਮਹਿਕਾਵੇ ਹੀ ਮੈਨੇ ਧਰਤੀ ਨੂੰ ਖੁਸ਼ਬੂਦਾਰ ਕਰ ਦਿੰਦੇ ਹਨ। ਕਰੋੜਾਂ ਵਾਸ਼ਨਾ ਖੁਸ਼ਬੂ ਦੇ ਰਸਾਂ ਵਿੱਚ ਲੱਗੇ ਹੋਏ ਹਨ। ਜਿੱਥੇ ਬੈਠਦੇ ਹਨ ਧਰਤੀ ਨੂੰ ਮਹਿਕਾ ਦਿੰਦੇ ਹਨ। ਸੋ ਗੈਰ ਮਹਿਲ ਸੁਲਤਾਨ ਮਹਿਲ ਨਾ ਪਾਵੇ। ਗੈਰ ਮਹਿਲ ਸੱਚਖੰਡ ਤੋਂ ਦੂਰ, ਪ੍ਰਾਪਤੀ ਤੋਂ ਉਲਟ। ਜੋ ਮਨਮੁਖ ਵਿਸ਼ੇ ਵਿਕਾਰਾਂ ਵਿੱਚ ਲੱਗ ਕੇ ਰੱਬ ਦੇ ਮਹਿਲ ਤੋਂ ਗੈਰ ਹੋ ਗਏ, ਓਪਰੇ ਜਾਂ ਦੂਰ ਹੋ ਗਏ, ਉਹ ਲੋਕ ਸੱਚਖੰਡ ਦੀ ਪ੍ਰਾਪਤੀ ਨਹੀਂ ਕਰ ਸਕਦੇ, ਜੂਨੀਆਂ ਵਿੱਚ ਭਟਕਦੇ ਰਹਿੰਦੇ। ਨਾਮ ਤੋਂ ਬਗੈਰ ਦੁਬਦਾ ਹੀ ਹੈ। ਪੌੜੀ 6ਵੀਂ। ਨਾਮ ਤੋਂ ਬਗੈਰ ਦੁਬਦਾ ਹੀ ਹੈ ਭਾਈ। ਸ਼ਿਵ ਸ਼ਕਤੀ ਦਾ ਮੇਲ ਦੁਬਦਾ ਹੋਵੇ। ਤੋ ਭਾਈ ਸਰੀਰ ਤੇ ਜੀਵ ਦੇ ਮੇਲ ਨਾਲ ਹੀ ਦੁਬਦਾ ਰੂਪ ਜਗਤ ਦਾ ਪਸਾਰਾ ਹੁੰਦਾ ਹੈ। ਤ੍ਰੈ ਗੁਣ ਮਾਇਆ ਖੇਲ ਘਰ ਘਰ ਹੋ ਧੋਵੇ। ਸੋ ਮਾਇਆ ਦਾ ਤਿੰਨਾਂ ਗੁਣਾਂ ਦਾ ਖੇਲ ਹੋ ਰਿਹਾ। ਰਜੋ ਤਮੋ ਨਾਲ ਔਗੁਣਾਂ ਨਾਲ ਜੀਵ ਭਰਦੇ ਜਾਂਦੇ ਹਨ, ਸਤੋ ਗੁਣਾਂ ਨਾਲ ਧੋਤੇ ਜਾਂਦੇ ਹਨ। ਚਾਰ ਪਦਾਰਥ ਭੇਲ ਹਾਰ ਪਰੋਵੀ। ਉਹ ਭਾਈ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਨੂੰ ਮੇਲ ਕੇ ਹਾਰ ਪਰੋ ਕੇ ਗਲ ਵਿੱਚ ਪਾਉਂਦੇ ਹਨ। ਇੱਥੋਂ ਸੁਖੀ ਅੰਤ ਨੂੰ ਮੁਕਤੀ ਪਾਉਂਦੇ ਹਨ। ਤੋ ਪੰਜ ਤਤ ਪਰਵੇਲ ਅੰਤ ਵਿਗੋਵੀ। ਤੋ ਪੰਜਾਂ ਤੱਤਾਂ ਦਾ ਪੁਤਲਾ ਆਖਰ ਖਤਮ ਹੋ ਜਾਂਦਾ ਹੈ। ਤੋ ਜਨਮ ਮਰਨ ਦਾ ਚੱਕਰ ਵਿੱਚ ਪੈ ਜਾਂਦੇ ਹਨ। ਜਨਮ ਮਰਨ ਦੇ ਚੱਕਰ ਵਿੱਚ ਪੈ ਜਾਂਦੇ ਹਨ। 6 ਰੁੱਤ 12 ਮਾਹ ਹੱਸ ਹੱਸ ਰੋਵੀ। 6 ਰੁੱਤਾਂ ਵਿੱਚ 12 ਮਹੀਨਿਆਂ ਵਿੱਚ ਹੱਸ ਹੱਸ ਕੇ ਰੋਂਦੇ ਹਨ। ਪੁਤਲਾ ਹੈ ਨਾ, ਹੱਸਦੇ ਹਨ, ਮਰ ਜਾਂਦਾ ਹੈ ਤਾਂ ਰੋਂਦੇ ਹਨ। ਰਿੱਧ ਸਿੱਧ ਨਵਾਂ ਨਿੱਧ ਨੀਂਦ ਨਾ ਸੋਵੇ। ਕਿਉਂਕਿ ਦੁਬਦਾ ਪ੍ਰਕਿਰਤੀ ਐਸੀ ਹੈ ਕਿ ਰਿੱਧੀਆਂ ਸਿੱਧੀਆਂ ਨਿੱਧੀਆਂ ਪ੍ਰਾਪਤ ਕਰ ਵੀ ਲੈਣ ਤਦ ਵੀ ਮਨ ਪਤੀਤ ਦਾ ਨਹੀਂ ਤੇ ਸ਼ਾਂਤੀ ਦੀ ਨੀਂਦ ਕਦੇ ਨਹੀਂ ਸੌਂਦੇ। ਦੁਵੈਖ ਵਿੱਚ ਭਰਮਦੇ ਕਲਪਦੇ ਰਹਿੰਦੇ ਹਨ। ਪੌੜੀ 7ਵੀਂ। ਪ੍ਰੇਮਾ ਭਗਤੀ ਤੋਂ ਬਗੈਰ ਸਭ ਵਿਅਰਥ ਹੈ। ਸਹਿ ਸਿਆਣਪ ਲੱਖ ਕੰਮ ਨਾ ਆਵੇ। ਉਹ ਭਾਈ ਹਜ਼ਾਰਾਂ ਲੱਖਾਂ ਸਿਆਣਪਾਂ ਪੜ੍ਹਾਈਆਂ ਚਤੁਰਾਈਆਂ ਅੱਗੇ ਕੰਮ ਨਹੀਂ ਆਉਂਦੀਆਂ। ਗਿਆਨ ਧਾਨ ਉਨਮਾਨ ਅੰਤ ਨਾ ਪਾਵੇ। ਲੱਖਾਂ ਗਿਆਨ ਲੱਖਾਂ ਧਿਆਨ ਲੱਖਾਂ ਉਸ ਆਨੰਦ ਦੀ ਮਸਤੀਆਂ ਰੱਬ ਦਾ ਅੰਤ ਨਹੀਂ ਪਾ ਸਕਦੀਆਂ। ਲੱਖ ਸਸੀਰ ਲੱਖ ਭਾਨ ਐਨਸ ਧਿਆਵੇ। ਸਸੀਰ ਹੁੰਦਾ ਚੰਦਰਮਾ, ਭਾਨ ਹੁੰਦਾ ਸੂਰਜ। ਐਰਸ ਮੈਨੇ ਹਰ ਵੇਲੇ ਦਿਨ ਰਾਤ। ਲੱਖਾਂ ਚੰਦਰਮਾ ਲੱਖਾਂ ਸੂਰਜ ਦਿਨ ਰਾਤ ਪਾਉਂਦੇ ਰਹਿੰਦੇ ਹਨ, ਭਟਕਦੇ ਰਹਿੰਦੇ ਹਨ। ਲੱਖ ਪ੍ਰਕਿਰਤ ਪ੍ਰਾਨ ਕਰਮ ਕਮਾਵੇ। ਲੱਖ ਪ੍ਰਕਿਰਤ ਮਾਇਆ ਰੂਪ ਕਰਮ ਕਰਮ ਕਾਮ ਵਿਅਰਥ। ਲੱਖਾਂ ਹੀ ਲੋਕ ਮਨਮੁਖ ਮਾਇਆ ਦੇ ਸਹਾਰੇ ਯੱਗ ਆਦਿਕ ਤੇ ਦਾਨ ਪੁੰਨ ਦੇ ਕਰਮ ਕਮਾਉਂਦੇ ਹਨ। ਕਰਮ ਕਾਂਡ ਹੈ ਸਾਰਾ ਜੋ ਅੱਗੇ ਵਿਅਰਥ ਹੈ। ਭਾਵ ਆਪ ਮਿਹਨਤ ਨਹੀਂ ਕਰਨੀ, ਪੈਸੇ ਨਾਲ ਮਿਹਨਤ ਕਰਵਾ ਲੈਣੀ ਹੈ। ਆਪ ਸਿਮਰਨ ਨਹੀਂ ਕਰਨਾ, ਪੈਸੇ ਨਾਲ ਪਾਠ ਰਖਵਾ ਲੈਣਾ, ਇਹ ਕਰਮ ਕਾਂਡ ਹੈ ਜੋ ਮਰਨ ਤੋਂ ਬਾਅਦ ਅੱਗੇ ਕੰਮ ਨਹੀਂ ਆਉਂਦਾ। ਲੱਖ ਲੱਖ ਗਰਭ ਗਮਾਨ ਲੱਜ ਲਜਾਵੇ। ਭਾਈ ਲੱਖਾਂ ਹੀ ਲੋਕ ਹੰਕਾਰ ਦੇ ਨਸ਼ੇ ਵਿੱਚ ਮਸਤ ਹਨ ਤੇ ਲੱਖਾਂ ਹੀ ਸ਼ਰਮ ਨਾਲ ਸਿਰ ਨੀਵਾਂ ਕਰਕੇ ਰਹਿੰਦੇ ਹਨ। ਲੱਖ ਲੱਖ ਦੀਨ ਇਮਾਨ ਤਾੜੀ ਲਾਵੇ। ਲੱਖਾਂ ਹੀ ਲੋਕ ਦੀਨ ਇਮਾਨ ਦੇ ਆਸਰੇ ਸਮਾਧੀਆਂ ਲਾਉਂਦੇ ਹਨ। ਭਾਉ ਭਗਤ ਭਗਵਾਨ ਸੱਚ ਸਮਾਵੇ। ਪਰ ਅਸਲੀਅਤ ਇਹ ਹੈ ਕਿ ਪ੍ਰੇਮਾਂ ਨਾਲ ਸਮਾਧੀ ਲਾ ਕੇ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਜੀ ਵਾਹਿਗੁਰੂ ਵਿੱਚ ਸਮਾ ਜਾਂਦਾ ਹੈ। ਉਤਲੇ ਤਾਂ ਸਾਰੇ ਕਰਮ ਕਾਂਡ ਹਨ। ਪੌੜੀ 8ਵੀਂ। ਪ੍ਰੇਮਾ ਭਗਤੀ ਤੋਂ ਬਗੈਰ ਲੋਕਾਂ ਤੇ ਪ੍ਰਭਾਵ ਪਾਉਣਾ ਵਿਅਰਥ ਹੈ।
ਲੱਖ ਪੀਰ ਪਾਤਸ਼ਾਹ ਪਰਚੇ ਲਾਵਈ ਪਰਚੇ ਪਿਆਰ। ਤੋ ਲੱਖਾਂ ਪੀਰਾਂ ਤੇ ਪਾਤਸ਼ਾਹ ਕਰਾਮਾਤਾਂ ਨਾਲ ਆਪਣਾ ਪ੍ਰਭਾਵ ਲੋਕਾਂ ਤੇ ਪਾਉਂਦੇ ਹਨ। ਜੋਗ ਭੋਗ ਲੱਖ ਰਾਹ ਸੰਗ ਚਲਾਵਈ। ਜੋਗ ਤੇ ਭੋਗ ਦੀਆਂ ਲੱਖਾਂ ਰਾਹ ਚਲਾ ਕੇ ਆਪਣੇ ਨਾਲ ਚੇਲਿਆਂ ਦੀਆਂ ਮੰਡਲੀਆਂ ਤੋਰ ਲੈਂਦੇ ਹਨ। ਭਾਵ ਕਈ ਜੋਗ ਨੂੰ ਕਈ ਭੋਗ ਨੂੰ ਮੁੱਖ ਰੱਖਦੇ ਹਨ। ਆਖਦੇ ਹਨ ਮਾਨਸ ਕੋ ਅਵਤਾਰ ਕੋ ਧਾਰ ਕਰ ਲੈ ਮੌਜ ਬਹਾਰ। ਨਰਕ ਸੁਰਗ ਕੇ ਸੀਸ ਪਰ ਮਾਰ 50,000 ਦੇ ਦੇ। ਤੋ ਦੀਨ ਦੁਨੀਆ ਸੁਗਾ ਹੱਥ ਨਾ ਪਾਵਈ। ਤੋ ਇੰਨੇ ਪ੍ਰਭਾਵਸ਼ਾਲੀ ਹਨ ਪਰ ਇਹ ਦੁਨੀਆ ਨੂੰ ਭਰਮਾਉਣ ਵਾਲੇ ਬੇਅੰਤ ਨਾ ਦੁਨੀਆ ਦੀ ਠਾ ਪਾ ਸਕਦੇ ਹਨ ਤੇ ਨਾ ਧਰਮ ਦੀ ਗੌਰਵਤਾ ਨੂੰ ਹੀ ਜਾਣਦੇ ਹਨ। ਤੋ ਕਟਕ ਮਰੀਦ ਪਨਾਹ ਸੇਵ ਕਮਾਵਈ। ਭਾਈ ਇਹ ਭਾਵੇਂ ਮਰੀਦ ਦੇ ਟੋਲਿਆਂ ਦੇ ਟੋਲੇ ਉਹਨਾਂ ਦੀ ਪਨਾਹ ਵਿੱਚ ਰਹਿੰਦੇ ਹਨ ਤੇ ਸੇਵਾ ਕਰਦੇ ਹਨ। ਭਾਵ ਜੋ ਪੀਰ ਜੀ ਫਰਮਾਉਂਦੇ ਹਨ ਉਹੀ ਸੇਵਾ ਕਰਦੇ ਹਨ। ਅੰਤ ਨਾ ਸਿਫਤ ਸਲਾਹ ਆਖ ਸੁਣਾਵੀ। ਫਿਰ ਆਖ ਕੇ ਸੁਣਾਉਂਦੇ ਹਨ ਕਿ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨ ਨਾਲ ਉਸ ਦਾ ਅੰਤ ਨਹੀਂ ਪੈ ਸਕਦਾ। ਲੋ ਬਾਲੀ ਦਰਗਾਹ ਖੜੇ ਤੇ ਆਵਈ। ਕਈ ਬੇਪਰਵਾਹ ਰੱਬ ਦੀ ਦਰਗਾਹ ਅੱਗੇ ਖੜੇ ਸਿਮਰਦੇ ਹਨ। ਪੌੜੀ 9ਵੀਂ। ਪ੍ਰੇਮ ਨਾਲ ਸਿਮਰਨ ਕਰਨ ਤੋਂ ਬਗੈਰ ਸਭ ਵਿਅਰਥ ਹੈ। ਲੱਖ ਸਾਹਿਬ ਸਰਦਾਰ ਆਮਨ ਜਾਮਨੇ। ਲੱਖਾਂ ਮਾਲਕ ਲੱਖਾਂ ਸਰਦਾਰ ਜੰਮਣ ਮਰਨ ਦੇ ਚੱਕਰ ਵਿੱਚ ਹੀ ਰਹਿੰਦੇ ਹਨ। ਵੱਡੇ ਵੱਡੇ ਦਰਬਾਰ ਬੰਤ ਬਨਾਵਨੇ। ਲੱਖਾਂ ਦੇ ਵੱਡੇ ਵੱਡੇ ਦਰਬਾਰਾਂ ਵਾਲੇ ਹਨ ਜੋ ਹਰ ਵੇਲੇ ਗੰਤਾਂ ਸਕੀਮਾਂ ਬਣਾਉਂਦੇ ਰਹਿੰਦੇ ਹਨ। ਕਿਸੇ ਨੂੰ ਜਿੱਤਣ ਦੀਆਂ ਕਿਸੇ ਨੂੰ ਮਾਰਨ ਦੀਆਂ ਫਾਇਦਾ ਕੋਈ ਨਹੀਂ। ਦਰਬ ਭਰੇ ਭੰਡਾਰ ਗੰਤ ਗਨਾਵਨੇ। ਉਹ ਜਿਨ੍ਹਾਂ ਦੇ ਖਜ਼ਾਨੇ ਧਨ ਨਾਲ ਭਰੇ ਪਏ ਹਨ ਉਹ ਆਪਣੇ ਧਨ ਦੀ ਗਿਣਤੀ ਹੀ ਗਿਣਾਉਂਦੇ ਰਹਿੰਦੇ ਹਨ। ਹਿਸਾਬ ਕਿਤਾਬ ਹੀ ਕਰਦੇ ਰਹਿੰਦੇ ਮਰ ਜਾਂਦੇ ਹਨ। ਪਰਿਵਾਰੇ ਸਾਧਾਰ ਬਿਰਧ ਸਦਾਮਨੇ। ਕਈ ਪਰਿਵਾਰਾਂ ਦੇ ਸੁਧਾਰ ਕਰਦੇ ਹਨ। ਇਹ ਸਾਡਾ ਹੀ ਫਰਜ਼ ਹੈ ਸਮਝਦੇ ਹਨ। ਲੋਭ ਮੋਹ ਹੰਕਾਰ ਧੋ ਕਮਾਵਨੇ। ਕਈ ਲੋਭ ਮੋਹ ਹੰਕਾਰ ਤੇ ਫਸੇ ਠੱਗੀਆਂ ਹੀ ਮਾਰੀ ਜਾਂਦੇ ਹਨ। ਸੋ ਕਰਦੇ ਚਾਰ ਵਿਚਾਰ ਦੇ ਸਤਾਵਨੇ। ਸੋ ਕਈ ਸੁੰਦਰ ਵਿਚਾਰਾਂ ਕਰਦੇ ਹਨ ਪਰ ਦਸੀਂ ਪਾਸੀਂ ਭਟਕਦੇ ਹੀ ਰਹਿੰਦੇ ਹਨ। ਲੱਖ ਲੱਖ ਬਜ਼ੁਰਗ ਵਾਰ ਮਨ ਪਰਚਾਵਨੇ। ਉਹ ਭਾਈ ਲੱਖਾਂ ਹੀ ਬਜ਼ੁਰਗ ਮਹੰਤ ਆਪਣੇ ਆਪ ਨੂੰ ਆਖਦੇ ਹਨ। ਆਪਣਾ ਮਨ ਇਸ ਗੱਲ ਨਾਲ ਹੀ ਪਰਚਾਉਂਦੇ ਹਨ ਕਿ ਅਸੀਂ ਵੱਡੇ ਹਾਂ। ਸਿਮਰਨ ਕਰਨ ਤੋਂ ਬਗੈਰ ਸਭ ਵਿਅਰਥ ਹੈ। ਸਭ ਵਿਅਰਥ ਹੈ ਕੋਈ ਫਾਇਦਾ ਨਹੀਂ। ਪੌੜੀ 10ਵੀਂ। ਲੱਖਾਂ ਹੀ ਸਿਮਰਨ ਤੋਂ ਬਗੈਰ ਹੋਰ ਕਰਮ ਕਰਨ ਵਾਲੇ ਹਨ। ਲੱਖ ਦਾਤੇ ਦਾਤਾਰ ਮੰਗ ਮੰਗ ਦੇਵੀ। ਲੱਖਾਂ ਦਾਤੇ ਹਨ ਦਾਤਾਰ ਹਨ ਰੱਬ ਤੋਂ ਮੰਗ ਕੇ ਹੋਰਨਾਂ ਨੂੰ ਦਾਤਾਂ ਦਾਨ ਦਿੰਦੇ ਹਨ। ਅਵਤਰ ਲੱਖ ਅਵਤਾਰ ਕਾਰ ਕਰੇਵੀ। ਲੱਖਾਂ ਅਵਤਾਰ ਧਾਰ ਕੇ ਅਵਤਾਰਾਂ ਵਾਲੀ ਕਾਰ ਕਰਦੇ ਹਨ। ਅੰਤਰ ਪਾਰਾ ਵਾਰ ਖੇਵਟ ਖੇਵਈ। ਉਹ ਲੱਖਾਂ ਹੀ ਆਗੂ ਮਿਲਾ ਆਪਣੇ ਆਪ ਨੂੰ ਚੱਪੂ ਮਾਰਦੇ ਹਨ ਪਰ ਰੱਬ ਦੇ ਉਰਲੇ ਪਾਰਲੇ ਬੰਨੇ ਦਾ ਅੰਤ ਨਹੀਂ ਪਾ ਸਕਦੇ। ਵਿਚਾਰੀ ਵਿਚਾਰ ਭੇਤ ਨਾ ਦੇਵੇ। ਸੋ ਭਾਈ ਕਈ ਵਿਚਾਰ ਕਰਨ ਵਾਲੇ ਸਿਆਣੇ ਵਿਚਾਰਾਂ ਦਿੰਦੇ ਹਨ ਪਰ ਰੱਬ ਦਾ ਭੇਤ ਨਹੀਂ ਦੱਸ ਸਕਦੇ। ਕਰਤੂਤੀ ਆਚਾਰ ਹਰ ਜਸ ਲੇਵਈ। ਤੇ ਵੱਡੇ ਕੰਮ ਕਰਨ ਵਾਲੇ ਜੱਗਾਂ ਆਦਿ ਕਰਦੇ ਹਨ ਤੇ ਜਸ ਪ੍ਰਾਪਤ ਕਰਦੇ ਹਨ। ਲੱਖ ਲੱਖ ਜੀਵਨ ਹਾਰ ਜੀਵਨ ਜੀਵੀ। ਜੀਵਨ ਹਾਰ ਰਸੋਈਏ। ਜੀਵਨ ਮੈਨੇ ਭੋਜਨ ਜੇਵਰੀ ਮੈਨੇ ਬਣਾਉਂਦੇ ਹਨ। ਤੋ ਜੱਗਾਂ ਵਾਲੇ ਲੱਖਾਂ ਹੀ ਭੋਜਨ ਤਿਆਰ ਕਰਨ ਵਾਲੇ ਰਸੋਈਏ ਤੇ ਲੱਖਾਂ ਹੀ ਭੋਜਨ ਖਾਣ ਵਾਲੇ ਹਨ। ਲੱਖ ਦਰਗਾਹ ਦਰਬਾਰ ਸੇਵਕ ਸੇਵਈ। ਲੱਖਾਂ ਹੀ ਦਰਬਾਰ ਦੀ ਸਭਾ ਲਾਉਣ ਵਾਲੇ ਰਾਜੇ ਮਹਾਰਾਜਿਆਂ ਦੇ ਸੇਵਕ ਹੁੰਦੇ ਹਨ ਜੋ ਸੇਵਾ ਦੇ ਕੰਮ ਕਰਦੇ ਹਨ ਸਿਮਰਨ ਤੋਂ ਬਗੈਰ। ਸੋ ਪੌੜੀ 11। ਸਿਮਰਨ ਤੋਂ ਬਗੈਰ ਸਰਬ ਕਰਮਕਾਂਡ ਹੈ ਕਰਮਕਾਂਡ। ਸੂਰਵੀਰ ਵਰਿਆਮ ਜੋਰ ਸੁਨਾਵਈ ਜਨਾਵਈ। ਉਹ ਭਾਈ ਸੂਰਵੀਰ ਤੇ ਬਹਾਦਰ ਅਤਿਰਥੀ ਯੋਧੇ ਆਪੋ ਆਪਣਾ ਬਲ ਦਿਖਾਉਂਦੇ ਹਨ। ਸੁਣ ਸੁਣ ਸੁਰਤ ਲੱਖ ਆਖ ਸੁਨਾਵਈ। ਸੁਣਨ ਵਾਲੇ ਕਹਿੰਦੇ ਵੀ ਸੁਰਤੇ ਤੋਂ ਲੱਖਾਂ ਹੀ ਸੁਣਨ ਵਾਲੇ ਹਨ। ਲੱਖਾਂ ਹੀ ਸੁਣ ਸੁਣ ਕੇ ਆਖ ਕੇ ਸੁਣਾਉਣ ਵਾਲੇ ਹਨ। ਖੋਜ ਖੋਜਨ ਖੋਜ ਦਹਿ ਦਿਸਤਾਵਈ। ਤੋ ਲੱਖਾਂ ਹੀ ਖੋਜੀ ਰੱਬ ਨੂੰ ਖੋਜਦੇ ਦਸੀਂ ਪਾਸੀਂ ਭਟਕਦੇ ਫਿਰਦੇ ਹਨ। ਚਿਰ ਜੀਵੇ ਲੱਖ ਹੋਏ ਨਾ ਉੜਕ ਪਾਵਈ। ਲੰਬੀ ਉਮਰਾਂ ਵਾਲੇ ਲੱਖਾਂ ਹੀ ਹਨ ਪਰ ਰੱਬ ਦਾ ਅੰਤ ਨਹੀਂ ਪਾ ਸਕਦੇ।
ਖਰੇ ਸਿਆਣੇ ਹੋਏ ਨਾ ਮਨ ਸੋ ਮਚਾਵਈ। ਬਹੁਤ ਸਿਆਣੇ ਲੋਕਾਂ ਨੂੰ ਸਮਝਾਉਣ ਵਾਲੇ ਆਪਣੇ ਮਨ ਨੂੰ ਨਹੀਂ ਸਮਝਾ ਸਕੇ, ਆਪਣੀ ਅਸਲੀਅਤ ਨੂੰ ਨਹੀਂ ਸਮਝ ਸਕੇ। ਲਓ ਬਾਲੀ ਦਰਗਾਹ ਚੋਟਾ ਖਾਵੇ, ਲਓ ਬਾਲੀ ਬੇਪਰਵਾਹ। ਤੋ ਰੱਬ ਤੋਂ ਬੇਪਰਵਾਹ ਮਨ ਮੁੱਖ ਨਰਕਾਂ ਵਿੱਚ ਮਾਰ ਖਾਂਦਾ ਹੈ, ਸਜ਼ਾਵਾਂ ਮਿਲਦੀਆਂ। ਪੌੜੀ 12ਵੀਂ। ਹੰਕਾਰ ਤੋਂ ਦੁੱਖ, ਸਬਰ ਤੋਂ ਸੁੱਖ ਮਿਲਦਾ ਹੈ। ਤੋ ਹਿਕਮਤ ਲੱਖ ਹਕੀਮ ਚਲਤ ਬਣਾਵਈ। ਬਿਮਾਰੀ ਦੀ ਹਕੀਮੀ ਕਰਨ ਵਾਲੇ ਵੈਦ ਹਕੀਮ ਦਵਾਈਆਂ ਦੇ ਨੁਕਸੇ ਬਣਾਉਂਦੇ ਹਨ ਤੇ ਆਪਣੀਆਂ ਦੁਕਾਨਾਂ ਚਲਾਉਂਦੇ ਹਨ। ਆਕਲ ਹੋਏ ਫਹੀਮ ਮਤੇ ਮਤਾਵਈ। ਅਕਲ ਵਾਲੇ ਵਿਦਵਾਨ, ਫਹੀਮ ਮੈਨੇ ਸਮਝਦਾਰ, ਮਤਾਵੀ ਸਕੀਮਾਂ ਬਣਾਉਂਦੇ ਹਨ। ਕਈ ਬੁੱਧੀਮਾਨ ਸੋਚ ਵਿਚਾਰ ਵਾਲੇ ਹੋ ਕੇ ਮਤੇ ਪਕਾਉਂਦੇ ਹਨ, ਸੋਚਾਂ ਕਰਦੇ ਹਨ, ਸਲਾਹਾਂ ਕਰਦੇ ਹਨ ਤੇ ਵਾਧੇ ਦੀਆਂ ਸਕੀਮਾਂ ਬਣਾਉਂਦੇ ਹਨ। ਗਾਫਲ ਹੋਏ ਗਨੀਮਵਾਦ ਵਧਾਵਈ। ਤੋ ਕਈ ਦੁਸ਼ਮਣ ਵੱਲੋਂ ਵੇਸਲੇ ਹੋ ਕੇ ਆਪਣੇ ਲਈ ਖਤਰੇ ਤੇ ਝਗੜੇ ਵਧਾ ਲੈਂਦੇ ਹਨ। ਗਾਫਲ ਬੇਪਰਵਾਹ। ਤੋ ਲਾਲੜ ਕਰਨ ਮੁਹਿੰਮ ਆਪ ਜਨਾਵੀ। ਮੁਹਿੰਮ ਤੋਂ ਕਈ ਲੜਨ ਲਈ ਫੌਜਾਂ ਲੈ ਕੇ ਚੜ੍ਹਦੇ ਹਨ, ਆਪਣਾ ਜ਼ੋਰ ਜਤਾਉਂਦੇ ਹਨ। ਜੋ ਸਾਡੇ ਨਾਲ ਲੜੇਗਾ ਮਰੇਗਾ, ਹੰਕਾਰੀ ਹਨ। ਤੇ ਹੋਈ ਜਦੀਦ ਕਦੀਮ ਨਾ ਖੁਦੀ ਮਿਟਾਵਈ। ਜਦੀਦ ਹੁੰਦਾ ਨਵੇਂ, ਮਕੀਮ ਹੁੰਦਾ ਪ੍ਰਾਚੀਨ, ਖੁਦੀ ਹੁੰਦਾ ਹੰਕਾਰ। ਸੋ ਕਈ ਜਨਮ ਤੋਂ ਮਰਨ ਤੱਕ ਹੰਕਾਰ ਨਹੀਂ ਛੱਡਦੇ, ਦੁਖੀ ਰਹਿੰਦੇ ਹਨ। ਸਾਬਰ ਹੋਏ ਹਲੀਮ ਆਪ ਗਵਾਵੇ। ਤੇ ਜਿਨ੍ਹਾਂ ਗੁਰਸਿੱਖਾਂ ਨੇ ਸੰਤੋਖ ਸੇ ਸਹਿਨਸ਼ੀਲਤਾ ਦਾ ਧਾਰਨ ਕੀਤਾ ਹੈ, ਉਹ ਹੰਕਾਰ ਨੂੰ ਮਿਟਾ ਦਿੰਦੇ ਹਨ, ਸੁਖੀ ਹੋ ਜਾਂਦੇ ਹਨ। ਪੌੜੀ 13ਵੀਂ। ਹੰਕਾਰ ਛੱਡਣ ਨਾਲ ਹੀ ਸੱਚਖੰਡ ਪਹੁੰਚ ਹੁੰਦੀ ਜਾਂਦੀ ਹੈ। ਲੱਖ ਲੱਖ ਪੀਰ ਮਰੀਦ ਮੇਲ ਮਿਲਾਵਈ। ਲੱਖਾਂ ਹੀ ਪੀਰ ਲੱਖਾਂ ਹੀ ਮਰੀਦਾਂ ਦਾ ਮੇਲ ਮਿਲਾਉਂਦੇ ਹਨ। ਤੋ ਸੋਧੇ ਲੱਖ ਸ਼ਹੀਦ ਜਾਰਤ ਲਾਵਈ। ਤੋ ਲੱਖਾਂ ਹੀ ਗਰੀਬ ਤੇ ਮਜ਼ਲੂਮ ਹਨ, ਲੱਖਾਂ ਹੀ ਸ਼ਹੀਦ ਹਨ, ਜਿਨ੍ਹਾਂ ਦੀਆਂ ਕਬਰਾਂ ਦੀਆਂ ਲੋਕ ਜ਼ਿਆਰਤਾਂ ਯਾਤਰਾ ਕਰਦੇ ਤੇ ਮੇਲੇ ਲਾਉਂਦੇ ਹਨ। ਲੱਖ ਰੋਜ਼ੇ ਲੱਖ ਈਦ ਨਿਵਾਜ ਕਰਾਵਈ। ਲੱਖਾਂ ਹੀ ਮੁਸਲਮਾਨ ਰੋਜ਼ੇ ਰੱਖਦੇ ਹਨ, ਲੱਖਾਂ ਹੀ ਈਦ ਮਨਾਉਂਦੇ ਹਨ, ਲੱਖਾਂ ਹੀ ਨਮਾਜ਼ਾਂ ਪੜ੍ਹਾਉਂਦੇ ਹਨ ਤੇ ਲੱਖਾਂ ਹੀ ਨਮਾਜ਼ਾਂ ਪੜ੍ਹਦੇ ਹਨ। ਕਰ ਕਰ ਗੁਫਤ ਸੁਨੀਦ ਮਨ ਪਰਚਾਵੇ। ਗੁਫਤ ਸੁਨੀਦ ਕਹਿਣਾ ਸੁਣਨਾ, ਸਵਾਲ ਜਵਾਬ, ਫਿਰ ਉੱਤਰ ਪ੍ਰਸ਼ਨ ਸਵਾਲ ਜਵਾਬ ਕਰ ਕਰਕੇ ਇੱਕ ਦੂਜੇ ਨਾਲ ਮਨ ਪਰਚਾਉਂਦੇ ਹਨ। ਤੋ ਹੁਜਰੇ ਕੁਲਫ ਕਲੀਦ ਜੋਹਦ ਕਮਾਵਈ। ਹੁਜਰੇ ਪੂਜਾ ਦੀ ਥਾਂ, ਕੁਫਰ ਜਿੰਦਰਾ, ਕੁਲੀਦ ਕੁੰਜੀ, ਜਹਦ ਤਪ ਤਿਆਗ। ਤੋਂ ਦਸਮ ਦੁਆਰੀ ਵਿੱਚ ਲੱਗੇ ਜਿੰਦਰੇ ਦੀ ਕੁੰਜੀ ਜੋ ਸਿਰਫ ਗੁਰੂ ਨਾਨਕ ਕੋਲ ਹੈ। ਜਿੰਦਰੇ ਨੂੰ ਖੋਲ੍ਹਣ ਲਈ ਜੋਹਦ ਤਪ ਤਿਆਗ ਪਰਹੇਜ਼ਗਾਰੀ ਲਈ ਮਸਜਿਦਾਂ ਵਿੱਚ ਜਾ ਕੇ ਘਾਲਣਾ ਕਰਦੇ ਹਨ। ਸਮਝ ਨਹੀਂ ਆ ਰਹੀ ਨਾ। ਦਰ ਦਰਵੇਸ਼ ਰਸੀਦ ਆਪ ਜਨਾਵਈ। ਤੋ ਸੱਚਖੰਡ ਦੇ ਦਰਵਾਜ਼ੇ ਦੇ ਉੱਤੇ ਫਰੀਦ ਭਗਤ ਨਿਸ਼ਕਾਮ ਮੋਹ ਤੋਂ ਰਹਿਤ ਨੂੰ ਪਹੁੰਚਣਾ ਨਸੀਬ ਹੁੰਦਾ ਹੈ, ਜੋ ਹਉਮੈ ਨੂੰ ਮਾਰ ਮੁਕਾਉਂਦੇ ਹਨ, ਨਿਰਛਤ ਹੋ ਕੇ ਖੁਦਾ ਦੀ ਬੰਦਗੀ ਕਰਦੇ ਹਨ। ਪੌੜੀ 14। ਹਉਮੈ ਵਾਲੇ ਸੰਸਾਰੀ ਲੋਕ ਨਰਕਾਂ ਵਿੱਚ ਡਰਾਵਨੇ ਹਨ। ਉੱਚੇ ਮਹਿਲ ਉਸਾਰ ਵਿਛਾਏ ਵਿਛਾਵਨੇ। ਸੋ ਦੁਨੀਆਦਾਰ ਮਾਇਆਧਾਰੀ ਲੋਕ ਉੱਚੇ ਉੱਚੇ ਮਹਿਲ ਤੇ ਮੰਦਰ ਬਣਾ ਕੇ ਕੀਮਤੀ ਸ਼ਾਨਦਾਰ ਗਲੀਚੇ ਵਿਛਾਉਂਦੇ ਹਨ। ਵੱਡੇ ਦੁਨੀਆਦਾਰ ਨਾਉ ਗੁਲਾਮ ਨੇ। ਵੱਡੇ ਦੁਨੀਆਦਾਰ ਹੋ ਕੇ ਕੋਈ ਸ਼ਾਹ, ਕੋਈ ਜ਼ਿਮੀਂਦਾਰ, ਕੋਈ ਰਾਜਾ, ਕੋਈ ਮਹਾਰਾਜਾ, ਕਈ ਅਮੀਰ ਵਜ਼ੀਰ ਆਪਣੇ ਨਾਂ ਨੂੰ ਜਿਤਾਉਂਦੇ ਹਨ। ਸੋ ਕਰਗੜ ਕੋਟ ਹਜ਼ਾਰ ਰਾਜ ਕਮਾਵਨੇ। ਹਜ਼ਾਰਾਂ ਕਿਲੇ ਤੇ ਕੋਟ ਧਨ ਮਾਲ ਫੌਜਾਂ ਰੱਖਣ ਲਈ ਬਣਾਉਂਦੇ ਹਨ ਤੇ ਦੂਰ ਦੂਰ ਤੱਕ ਰਾਜ ਕਰਦੇ ਹਨ। ਲੱਖ ਲੱਖ ਮਨਸਬਦਾਰ ਵਜਰ ਵਧਾਵਨੇ। ਵਜੋਂ ਵਧਾਵਨੇ, ਵਜੋਂ ਤਨਖਾਹ। ਮਨਸਬਦਾਰ ਅਹੁਦੇਦਾਰ, ਜਿਨ੍ਹਾਂ ਦੇ ਲੱਖਾਂ ਹੀ ਅਹੁਦੇਦਾਰ ਹਨ, ਜਿਨ੍ਹਾਂ ਦੀਆਂ ਲੱਖਾਂ ਤੱਕ ਤਨਖਾਹਾਂ ਵਧੀਆਂ ਹੋਈਆਂ ਹਨ। ਸੋ ਪੂਰ ਭਰੇ ਹੰਕਾਰ ਆਵਨ ਜਾਵਨੇ। ਪਰ ਇਹੋ ਜਿਹੇ ਪੂਰਾਂ ਦੇ ਪੂਰ ਹੰਕਾਰ ਵਿੱਚ ਭਰੇ ਜੰਮਣ ਮਰਨ ਦੇ ਚੱਕਰ 'ਚ ਪਏ ਹਨ ਤੇ ਸੱਚੇ ਦਰਬਾਰ ਖਰੇ ਡਰਾਵਨੇ। ਤੋ ਸੱਚੇ ਵਾਹਿਗੁਰੂ ਦੇ ਦਰਬਾਰ ਨਰਕਾਂ ਵਿੱਚ ਖੜੇ ਨੰਗੇ ਖੜੇ ਮੂੰਹ ਕਾਲਾ ਡਰਾਉਣੇ ਦਿਸਦੇ ਹਨ। ਅੰਮ੍ਰਿਤਧਾਰੀ ਸੱਚਖੰਡ ਜਾਂਦਾ, ਦੂਜਾ ਤਾਂ ਨਰਕਾਂ ਵਿੱਚ ਨੰਗਾ ਮੂੰਹ ਕਾਲਾ। ਪੌੜੀ 15ਵੀਂ। ਸਭ ਕਰਮ ਕਾਂਡ ਪਖੰਡ ਹਨ,
सब कर्म कांड। तीर्थ लख करोड़ पुरबी नामना। पुरबी हुंदा पवित्र दिन। तो तीर्थां ते लखां करोड़ वारी जाना ते पवित्र दिनां उत्ते इत्थे इशनान करने। देवी देव स्थान सेव करावना। तो देवी देवतियां दे स्थानां ते जाके टहल सेवा पूजा करनी। जप तप संजम लख साध स्थावना। लखा जप करने, लखा तप करने, लखा संजम वर्त नेम आदि लखा साधना साधनियां। होम जग नैवेद भोग लगावना। तो होम जग करने, नई वेद लड्डू पीड़े पंजीरी वंडनी। नई वेद ना ठाकरां नूं भोग लवाउणा। तो वर्त नेम लख दान कर्म कमावना। लख वर्त नेम दान आदਿਕ लखा वर्त नेम दान आदਿਕ कर्म कांड करने। तो लो बाली दरगह पंड पखंड न जामना। उस बेपरवाह दी दरगह सचखंड है, पखंड नाल नहीं जा सकते, पखंडी नहीं जा सकता। पौड़ी 16वीं। बंदगी करने वाले गुरसिख सब तो उच्चे हैं। पोपलियां परनाल लख तरंदियां। लखां बेड़ियां दरिया समुंदर विच तरदियां हन। पोपलियां हुंदियां बेड़ियां, परनाल दरिया। ओड़क ओड़क भाल सुध न लैंदियां। अखीर तक लभदियां लभदियां समुंदर दी सार नहीं लै सकदियां, भाव अंत नहीं पा सकदियां। पनडुब्बी भी आखिर थल्ले तक ही नहीं जा सकदी, डुब जाती है। तो जिवें कोई रॉकेट आकाश दा अंत नहीं पा सकदा। तो अनल मनल कर ख्याल उमंग उड़ंदियां। अनल मनल एक पंछी जो हर समय आकाश विच रहिंदा है, सारी उम्र उड़दा ही रहिंदा है। सो आंडे बच्चे भी आकाश विच ही उमंग खुशी नाल। तो अनल मनल पंछी आकाश दा अंत लैण दे ख्याल नाल खुशी नाल उड़दे रहिंदे। तो उछल करन उछाल ना ऊब चढ़ंदियां। उछल उछल के छाला मार के अनन मनल दे बच्चे भी उछल उछल के आकाश नूं उड़ जाते हैं, पर आकाश विच रहिंदे ते उसदा अंत नहीं पा सकते। लख आकाश पताल कर्म छंदियां। लखां ही आकाश पताल जिन्हां दा कोई अंत ही नहीं, वो करते परमेश्वर का अंत नहीं पा सकदियां। आकाश पताल दे वासी सारे परमात्मा की मुथाजी करते हैं। दरगाह एक रवाल बंदे बंदियां। सो परमात्मा की रची सारी कुदरत सचखंड पहुंचे रब दे दास दासियां दे एक धूड़ दे बराबर नहीं। वाहिगुरू वाहिगुरू वाहिगुरू। कहंदा दरगाह एक रवाल बंदे बंदियां। तो परमात्मा की रची सारी कुदरत सचखंड दे पहुंचे रब दे दास दासियां दी एक धूड़ दे बराबर नहीं, एक किनके एक रोम दे बराबर नहीं। है सारियां गल्लां। पौड़ी 17। परमात्मा दी अथा शक्ति है, त्रै गुण माया खेल कर दिखाया दिखा लिया। तिना गुणां ने माया रजो तमो सतो माया रच के उसदा सृष्टि दा सारा खेल चलदा दिखा दिता। तो खानी बाणी चार चलत उठाया। चारे खानियां अंडे जेरे सेतज उत्पद, चारे बाणियां परा पसंती मधमा बैखरी दा तमाशा रचा दिता। तो पंज तत्त उत्पत्त बंद बहालिया। पंज तत्त हवा पानी अग आकाश धरती पैदा करके सृष्टि की रचना नूं उन्हां दे निजमां विच रख दिता। 6 रुत 12 माह सहज संभालिया। 12 महीने विच 6 रुतां बना के सारी कुदरत नूं निजमां विच संभाल दिता। ऐने सूरज चंद दीवे बालिया ते दिन ते रात लई सूरज ते चंद्रमा दे दीवे बना दिते। एक कवाव पसाओ नदर निहालिया। ये सारी कुदरत ब्रह्मंडां दा पसारा वाहिगुरू ने एक वाक हुक्म नाल होया ते सारियां नूं मेहर दी निगाह नाल ही देख रहा है पाल रहा है। पौड़ी 18। वाहिगुरू आप निर्लेप है। कुदरत एक कवाओ थापदा सारी कुदरत नूं इक्को वार हुक्म नाल बना दिंदा है ते उजाड़ भी दिंदा है। किद्दू लख दरियाओ ना ओढ़क जापदा। उस वाक हुक्म तो ही लखा दरिया बना दिते जिन्हां दा अंत नहीं। लख ब्रह्मंड समाओ ना लहर व्यापदा। लखा ब्रह्मंड ते उस दे वाक एक वाक विच समाए होए हन ते उसनूं कोई खिच नहीं व्यापदी। तो कर कर वेखे चाओ
ਲੱਖ ਪ੍ਰਤਾਪ ਦਾ। ਉਹ ਪਰਮੇਸ਼ਰ ਬੜੇ ਚਾਓ ਉਮਾ ਨਾਲ ਆਪਣੀ ਰਚਨਾ ਨੂੰ ਕਰ ਕਰਕੇ ਦੇਖ ਰਿਹਾ ਹੈ, ਸੰਭਾਲ ਰਿਹਾ ਹੈ ਤੇ ਲੱਖਾਂ ਹੀ ਪ੍ਰਭਾਵਸ਼ਾਲੀ ਪ੍ਰਤਾਪਵਾਨਾਂ ਨੂੰ ਪੈਦਾ ਕਰਦਾ ਹੈ। ਕੌਣ ਕਰੇ ਅਰਥਾਓ ਵਰਨਾ ਸਰਾਪ ਦਾ। ਤੋ ਕੌਣ ਕਰੇ ਅਰਥਾਓ ਨਿਰਣਾ ਸਿਧਾਂਤ। ਤੋ ਕੌਣ ਹੈ ਜੋ ਉਸ ਦੇ ਸਿਧਾਂਤ ਨੂੰ ਦੱਸ ਸਕਦਾ ਹੈ ਕਿ ਕਿਸੇ ਵਰ ਸਰਾਪ ਦੇ ਅਧੀਨ ਉਹ ਕੰਮ ਕਰਦਾ ਹੈ। ਲਹੇ ਨਾ ਪਛੋਤਾਓ ਪੁੰਨ ਨਾ ਪਾਪ ਦਾ। ਪਰ ਇਹ ਗੱਲ ਜਾਣ ਲੈਣੀ ਚਾਹੀਦੀ ਹੈ ਕਿ ਉਸ ਨੂੰ ਕਿਸੇ ਪੁੰਨ ਦਾ ਫਲ ਨਾ ਲੈਂਦਾ ਹੈ ਤੇ ਨਾ ਪਾਪ ਦਾ। ਸਭ ਕੁਝ ਸ੍ਰਿਸ਼ਟੀ ਦੇ ਨਾਲ ਹੀ ਉਪਜਦਾ ਹੈ, ਨਾਲ ਹੀ ਖਤਮ। ਰੱਬ ਨੂੰ ਕੁਛ ਨਹੀਂ ਹੁੰਦਾ, ਉਸ ਨੂੰ ਕਿਸੇ ਚੀਜ਼ ਦਾ ਪਛਤਾਵਾ ਨਹੀਂ, ਕਿਸੇ ਚੀਜ਼ ਦਾ ਪਛਤਾਵਾ ਨਹੀਂ, ਕਿਸੇ ਗੱਲ ਦਾ ਕੋਈ ਪਛਤਾਵਾ ਨਹੀਂ। ਭਾਈ ਭੁਚਾਲ ਆ ਗਿਆ, ਦੁਨੀਆ ਮਰ ਗਈ, ਪਛਤਾਵਾ ਨਹੀਂ, ਐਸਾ ਨਹੀਂ। ਦੁਨੀਆ ਮਾਰੀ ਰੱਬ ਨਹੀਂ ਮਾਰੀ, ਇਹ ਪੈਦਾ ਵੀ ਉਹਨੇ ਕੀਤੀ ਹੈ। ਪੌੜੀ 19। ਬੇਪਰਵਾਹ ਪ੍ਰਭੂ ਦੀ ਅਥਾਹ ਕੁਦਰਤ। ਕੁਦਰਤ ਅਗੰਮ ਅਥਾਹ ਅੰਤ ਨਾ ਪਾਈਐ। ਪਰਮੇਸ਼ਰ ਦੀ ਕੁਦਰਤ ਜਗਤ ਬਸਾਰਾ ਇੰਨੀ ਅਪੌਂਚ ਤੇ ਅਥਾਹ ਹੈ ਕਿ ਉਸਦਾ ਅੰਤ ਨਹੀਂ ਪਾਇਆ ਜਾ ਸਕਦਾ। ਕਾਦਰ ਬੇਪਰਵਾਹ ਕਿਨ ਪਰਚਾਈਐ। ਕਰਤਾ ਬੇਪਰਵਾਹ ਹੈ, ਉਸਨੂੰ ਮਨਾਉਣਾ ਕੋਈ ਸੌਖੀ ਗੱਲ ਨਹੀਂ ਹੈ। ਕੇਵੜ ਹੈ ਦਰਬਾਰ ਆਖ ਸੁਣਾਈਏ। ਕਰਤੇ ਦੀ ਦਰਗਾਹ ਕਿੱਡੀ ਕੁ ਹੈ, ਕਿੱਦਾਂ ਦੀ ਹੈ, ਕੋਈ ਦੇਖ ਕੇ ਆਖ ਕੇ ਕਹੇ ਸੁਣਾਓ ਕਿਹੋ ਜੀ ਹੈ। ਸੋ ਕੋਈ ਨਾ ਦੱਸੇ ਰਾਹ ਕਿਤ ਬਿਦ ਜਾਈਏ। ਸੱਚਖੰਡ ਜਾਣ ਦਾ ਕੋਈ ਰਸਤਾ ਦੱਸੇ, ਕੋਈ ਨਹੀਂ ਦੱਸਦਾ। ਕਿਹੜੇ ਤਰੀਕੇ ਨਾਲ ਸੱਚਖੰਡ ਜਾ ਸਕਦੇ ਹਾਂ, ਪਹੁੰਚ ਸਕਦੇ ਹਾਂ। ਸੋ ਕੇਵੜ ਸਿਫਤ ਸਲਾਹ ਕਿਉਂ ਕਰ ਧਿਆਈਐ, ਕਿਉਂ ਕਰ ਧਿਆਈਐ। ਤੋ ਇੰਨੀ ਵੱਡੀ ਸਿਫਤ ਸਲਾਹ ਵਾਲੇ ਵਾਹਿਗੁਰੂ ਨੂੰ ਕਿਸ ਤਰ੍ਹਾਂ ਸਿਮਰਨਾ ਚਾਹੀਦਾ ਹੈ। ਅਬਿਗਤ ਗਤ ਅਸਗਾ ਨ ਲੱਖ ਲਖਾਈਐ। ਉਹ ਭਾਈ ਉਸ ਦੀ ਡੂੰਘਾਈ ਦਾ ਕੌਣ ਪਤਾ, ਉਸ ਦੀ ਅਵਸਥਾ ਜਾਣੀ ਨਹੀਂ ਜਾ ਸਕਦੀ, ਬਹੁਤ ਡੂੰਘੀ ਹੈ, ਕੋਈ ਜਾਣ ਨਹੀਂ ਸਕਦਾ, ਲੱਖ ਹੈ। ਤੋ ਅਗਲੀ ਪੌੜੀ ਧਿਆਨ ਨਾਲ ਵਿਚਾਰੋ। ਅਬਿਗਤ ਹੁੰਦਾ ਉਸ ਦੀ ਗਤੀ, ਹਾਲਤ ਤੋਂ ਜਾਣੂ ਨਹੀਂ ਹੋਇਆ ਜਾ ਸਕਦਾ। ਅਸਗਾ ਡੂੰਘਾਈ ਦਾ ਪਤਾ ਨਹੀਂ ਲੱਗ ਸਕਦਾ। ਅਲੱਖ ਜਾਣਿਆ ਨਹੀਂ ਜਾ ਸਕਦਾ, तो उसकी अवस्था जानी नहीं जा सकती, बहुत डूंगी है, कोई जान नहीं सकता, अलग है। अगली पौड़ी कहते ध्यान नाल विचारो। अगली देखो 20वीं पौड़ी, बाबे नानक की कृपा नाल जानिया जा सकता है। आदपुरख परमाद अचरज आखिए। परमाद हुंदा परम आद, सब दा मुੱਢ। तो रब आद पुरख है, सब तो उच्चा है, सब दा सिरजनहार है। अचरज ते अद्भुत आख्या जाता है। आद अनील अनाद शब्द ना साखीए। अनील हुंदा अनगिनत, अनाद हुंदा अनआद, जदों आद भी नहीं सी। आद पुरख जो अनगिनत है, आद तो भी पहलां दा है। इस बारे कोई शब्द साखी जां कथा गवाही नहीं देंदी। भाव कोई कुछ नहीं जानदा, दुनिया ही नहीं सी, जीव ही नहीं सी। तो वरते आद जुगात न गली गाखीए। गाखीए विचारिया जाता है। वाहिगुरू आद जुगात तो वरत रहा है, जो जिसनों सिर्फ गल्लां नाल साबित नहीं किया जा सकता। भगत विछल अछलाद सहज सुभाखीए। भगत विछल भगती नूं प्यार करने वाला, अछलाद छलिया नहीं जा सकता। सहज सुन समाधि विच सुभाखीए कहना चाहिए, सिमरना चाहिए। भगती नाल प्यार करने वाला वाहिगुरू, छलिया नहीं जा सकता। सुन समाध हो के उसनूं सिमरना चाहिए। उन्मद अनहद नाद लिव अभलाखी है। उन्मन मिलाप दे आनंद दी मस्ती। अनहद अपने आप एक रस अंदरों वाहिगुरू सिमरन दा सुनना। नाद हुंदा शब्द। जदों मिलाप ते आनंद दी मस्ती आउंदी है तां अंदरों अपने आप एक रस वाहिगुरू वाहिगुरू शब्द दी धुनी सुनन लग पैंदी है ते सुरती जुड़ जाती है। ਤਾਂ ਫਿਰ ਇਸੇ ਲਿਵ ਨਾਲ ਹੀ ਪਿਆਰ, ਉਸੇ ਦੀ ਆਸ ਚੰਗੀ ਲੱਗਦੀ ਹੈ। ਇਸੇ ਲਿਵ ਨਾਲ ਪਿਆਰ ਤੇ ਉਸੇ ਦੀ ਆਸ ਹੀ ਚੰਗੀ ਲੱਗਦੀ। ਵਿਸਮਾਦੇ ਵਿਸਮਾਦ ਪੂਰਨ ਪਾਖੀ ਹੈ। ਵਿਸਮਾਦੇ ਵਿਸਮਾਦ ਅਸਚਰਜ ਵਾਹਿਗੁਰੂ ਤੋਂ ਅਸਚਰਜ ਹੋ ਜਾਈਦਾ। ਪਾਖੀ ਹੈ ਪੂਰਨ ਪੱਖਾਂ ਵਾਲਾ। ਅਸਚਰਜ ਵਾਹਿਗੁਰੂ ਪੂਰਨ ਪੱਖ ਵਾਲੇ ਵਾਹਿਗੁਰੂ ਵਿੱਚ ਮਿਲ ਕੇ ਅਸਚਰਜ ਹੋ ਜਾਈਦਾ। ਪੂਰੇ ਗੁਰ ਪ੍ਰਸਾਦ ਕੇਵਲ ਕਾਖੀ ਹੈ। काखीए मिलाप कांखी। पूरे गुर रब वर्गा पूरन गुरु नानक
ਗੁਰਪ੍ਰਸਾਦ ਕਿਰਪਾ ਕੇਵਲ ਸਿਰਫ ਤੇ ਸਿਰਫ ਓਨਲੀ ਐਂਡ ਓਨਲੀ ਇਹੋ ਜਿਹਾ ਵਾਹਿਗੁਰੂ ਨਾਲ ਮਿਲਾਪ ਸਿਰਫ ਤੇ ਸਿਰਫ ਰੱਬ ਵਰਗੇ ਪੂਰਨ ਗੁਰੂ ਬਾਬੇ ਨਾਨਕ ਦੀ ਕਿਰਪਾ ਨਾਲ ਹੀ ਹੋ ਸਕਦਾ ਹੈ। ਅੱਜ ਦੇ ਸਮੇਂ ਵਿੱਚ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਹੀ ਹੋ ਸਕਦਾ ਹੈ। ਅੰਮ੍ਰਿਤ ਛਕ ਕੇ ਬਾਣੀ ਵਿਚਾਰ ਕੇ ਵਾਹਿਗੁਰੂ ਵਾਹਿਗੁਰੂ ਸਿਮਰਨ ਕਰੋ, ਸੁਰਤੀ ਜੋੜੋ, ਸੁਨ ਸਮਾਦ ਹੋਵੋ, ਦੇਖੋ ਪ੍ਰਕਾਸ਼ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਯੂਨੀਵਰਸਲ ਹੈ। ਵੇ ਬਾਬਾ ਸਿੱਖਾਂ ਦਾ ਗੁਰੂ ਹੁੰਦਾ ਤੇ ਮਰਦਾਨੇ ਮੁਸਲਮਾਨ ਮਰਾਸੀ ਨੂੰ ਕਦੇ ਨਾਲ ਨਾ ਲੈਂਦਾ। ਅੱਲਾ ਯਾਰ ਬਖਸ਼ ਨੂੰ ਪੀੜੀ ਨਾ ਬਖਸ਼ਦਾ। ਸੋ ਸਾਈਂ ਮੀਆਂ ਜੀ ਕੋਲੋਂ ਹਰਮੰਦਰ ਦੀ ਨੀਂਹ ਨਾ ਰਖਾਉਂਦਾ ਤੇ ਚਾਰੇ ਚੱਕ ਨਾ ਗਾਉਂਦਾ, ਮੱਕੇ ਮਦੀਨੇ ਨਾ ਜਾਂਦਾ। ਬਾਬਾ ਰੱਬ ਸੀ ਤੇ ਰੱਬ ਹੀ ਰਹੇਗਾ। ਕਿਸੇ ਹੋਰ ਧਰਮ ਰਾਹੀਂ ਰੱਬ ਨਾਲ ਮਿਲਾਪ ਦੇ ਅਸੀਂ ਸਾਰੇ ਧਰਮ ਬਦਲਣ ਨੂੰ ਤਿਆਰ। ਆ ਜਾ ਕਰਾ ਬਾਬਾ ਨਾਨਕ ਨਿਰੰਕਾਰ ਹੈ, ਗੁਰੂ ਪਰਮੇਸ਼ਰ ਹੈ। ਤੂੰ ਸਾਬਤ ਕਰ ਦੇ ਨਹੀਂ ਪੰਜ ਭੂਤਕ ਹੈ। 2.5 ਬਿਲੀਅਨ ਡਾਲਰ ਇਨਾਮ ਦਿਆਂਗਾ। ਕੋਈ ਸਰੀਰ ਜਿਸ ਨੇ ਅੰਮ੍ਰਿਤ ਨਹੀਂ ਛਕਿਆ, ਮਾਇਆ ਤੇ ਔਰਤ ਤੋਂ, ਵਿਕਾਰਾਂ ਤੋਂ, ਵਾਈਨ, ਵੈਲਥ, ਵੂਮਨ ਤੋਂ ਬਚ ਗਿਆ ਹੋਵੇ, ਈਗੋ ਤੋਂ ਬਚ ਗਿਆ ਹੋਵੇ, 2.5 ਬਿਲੀਅਨ ਡਾਲਰ 60 ਸਾਲ 70 ਸਾਲ ਉਮਰ ਹੋ ਗਈ ਹੋਵੇ, ਕੋਈ ਦੇਹਧਾਰੀ ਗੁਰੂ ਰੱਬ ਨੂੰ ਜਾਣਦਾ ਹੋਵੇ, 2.5 ਬਿਲੀਅਨ ਡਾਲਰ, ਕੋਈ ਦੇਹਧਾਰੀ ਗੁਰੂ ਦਾ ਚੇਲਾ ਸੱਚਖੰਡ ਪਹੁੰਚਿਆ ਹੋਵੇ, 2.5 ਬਿਲੀਅਨ ਡਾਲਰ, ਅੰਮ੍ਰਿਤ ਛਕਣ ਤੋਂ ਬਗੈਰ ਤੂੰ ਰੱਬ ਨੂੰ ਨਿੱਜੀ ਤੌਰ ਤੇ ਜਾਣਦਾ ਹੋਵੇਂ, 2.5 ਬਿਲੀਅਨ ਡਾਲਰ, ਬਾਣੀ ਵਿਚਾਰਨ ਤੋਂ ਬਗੈਰ ਆਪਣਾ ਜੀਵਨ ਗੁਰੂ ਨਾਨਕ ਵਰਗਾ ਬਣਾ ਲੈ, 2.5 ਬਿਲੀਅਨ ਡਾਲਰ, ਬਾਬੇ ਦੀ ਚਰਨੀ ਲੱਗਣ ਤੋਂ ਬਗੈਰ ਆਪਣਾ ਜੀਵਨ ਮਨੋਰਥੀ ਸਮਝ ਸਕੇ। ਆ ਸਾਹਮਣੇ 2.5 ਬਿਲੀਅਨ ਡਾਲਰ। ਆਜਾ ਆਜਾ ਗੁਰੂ ਕੇ ਲਾਲ, ਆਜਾ। ਮੈਂ ਤਾਂ ਕਹਿਣਾ ਆਜਾ। ਦੇਖੋ ਸਾਡਾ ਬਾਬਾ ਬੜਾ ਬਰੌਡ ਮਾਈਂਡਡ ਹੈ। ਇਹ ਨਹੀਂ ਕਹਿੰਦਾ ਰੱਬ ਨੂੰ ਮਿਲਣਾ ਤੁਸੀਂ ਮਿਲਾ ਦਿਓ। ਉਹ ਭਾਈ ਰੱਬ ਨੂੰ ਮਿਲਣਾ ਤੁਸੀਂ ਮਿਲਾ ਦਿਓ, ਐਸੀ ਕਿਹੜੀ ਗੱਲ ਹੈ? ਕੋਈ ਐਸੀ ਗੱਲ ਹੀ ਨਹੀਂ। ਗੱਲ ਸਮਝ ਆ ਗਈ। ਮੈਂ ਕਿਹਾ ਸੀ ਭਾਈ ਗੁਰਦਾਸ ਚਾਬੀ ਮਾਸਟਰ ਕੀ ਹੈ? ਮਾਸਟਰ ਕੀ ਭਾਈ ਗੁਰਦਾਸ ਮਾਸਟਰ ਕੀ ਹੈ? ਮਾਸਟਰ ਕੀ ਤੇ ਪੜ੍ਹਿਓ, ਵਿਚਾਰ ਨਾਲ ਸੁਣਿਓ ਤੇ ਫਿਰ ਦੇਖਿਓ ਭਾਈ ਗੁਰਦਾਸ ਨੇ ਜੋ ਲਿਖਿਆ ਬਿਲਕੁਲ ਸਾਹਮਣੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਲਿਖਿਆ। ਤੇ ਗੱਲ ਨੂੰ ਸਮਝੀਏ, ਗੁਰੂ ਸਾਹਿਬ ਬਖਸ਼ਿਸ਼ ਕਰਨ, ਆਪਾਂ ਨੂੰ ਗੱਲ ਸਮਝ ਆ ਜਾਏ। ਭਾਈ ਅੱਗੋਂ ਹੈ ਵਾਰ 22ਵੀਂ। ਤੋ ਪਾਤਸ਼ਾਹ ਨੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਹੀ ਜੋ ਲਿਖਿਆ ਇਹ ਕਰਾਂਗੇ। ਅਗਲੀ ਵਾਰੀ ਗੁਰੂ ਸਾਹਿਬ ਮਿਹਰ ਕਰਨ। ਵਾਹਿਗੁਰੂ 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 ਵਾਹਿਗੁਰੂ।